ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਪੈਦੀ ਕਲੋਵਰ, ਸਤਨਾਮ ਸਿੰਘ ਸ਼ੇਖ ਗਿੱਲ ਸਲਮਾ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ ਤਲਵਨ ਫਰਜ਼ਨੋ, ਮਨਦੀਪ ਸਿੰਘ ਸੈਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਵਰਿੰਦਰ ਸਿੰਘ ਮਾਰਗਨ ਹਿਲ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਗੱਲ ਕਰਦੇ ਹਾਂ ਭਾਰਤ ਚਾਈਨਾ ਦੇ ਬਾਰਡਰ ਦੀ ਜੋ ਸਥਿਤੀ ਆ, ਰਾਹੁਲ ਗਾਂਧੀ ਨੇ ਉਸ 'ਤੇ ਸਵਾਲ ਉਠਾਏ। ਇਹ ਮਾਮਲਾ ਕਈ ਦਿਨਾਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਦੋਨਾਂ ਮੁਲਕਾਂ ਦੇ ਵਿਚਾਲੇ ਗੱਲਬਾਤ ਵੀ ਜਿਹੜੀ ਵੀ ਉਹ ਹੋ ਰਹੀ ਆ। ਫਰਕ ਇੰਨਾ ਹੈ ਕਿ ਇਹ ਹਾਲਾਤ ਜਿਹੜੇ ਨੇ ਪਾਕਿਸਤਾਨ ਵਾਲੇ ਸਰਹੱਦ ਦੇ ਉੱਤੇ ਹੁੰਦੇ ਤੇ ਹੁਣ ਨੂੰ ਜਿਹੜਾ ਜੀ ਉਹ ਉੱਡ ਉੱਡ ਕੇ ਪੈਣਾ ਸੀ ਚੈਨਲਾਂ ਨੇ ਵਾਰ ਰੂਮ ਜਿਹੜੇ ਜੀ ਉਹ ਬਣਾ ਕੇ। ਇਸ ਮਾਮਲੇ ਦੇ ਉੱਤੇ ਜਿਹੜੀ ਸਥਿਤੀ ਆ, ਅਸਲ ਸਥਿਤੀ ਜਿਹੜੀ ਆ ਜੀ ਉਹ ਦੱਸੀ ਨਹੀਂ ਜਾ ਰਹੀ ਜੀ। ਹਾਲਾਂਕਿ ਜਿਹੜੀਆਂ ਸਰਕਾਰੀ ਧਿਰਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਪੂਰਬੀ ਲਦਾਖ ਦੀ ਗਲਵਾਨ ਘਾਟੀ ਤੇ ਬਾਕੀ ਇਲਾਕਿਆਂ ਦੇ ਵਿੱਚ ਜਿਹੜੀ ਚਾਈਨੀਜ਼ ਤੇ ਭਾਰਤੀ ਫੌਜਾਂ ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ। ਇਹ ਵੈਸੇ ਅੱਜ ਦਾ ਨਹੀਂ, ਪਿਛਲੇ 4-5 ਦਿਨਾਂ ਤੋਂ ਇਹ ਕਿਹਾ ਜਾ ਰਿਹਾ ਕਿ ਪਿੱਛੇ ਜਿਹੜੀਆਂ ਜੀ ਉਹ ਹਟ ਗਈਆਂ। ਸਰਕਾਰੀ ਤੌਰ ਦੇ ਉੱਤੇ ਇਹ ਵੀ ਗੱਲ ਕਹੀ ਗਈ ਹੈ ਕਿ ਮਹੀਨੇ ਤੋਂ ਜਾਰੀ ਟਕਰਾਅ ਦੇ ਹੱਲ ਪ੍ਰਤੀ ਵਚਨਬੱਧਤਾ ਦਾ ਸੰਕੇਤ ਜਿਹੜਾ ਜੀ ਉਹ ਦਿੱਤਾ ਗਿਆ। ਫੌਜੀ ਜਿਹੜੇ ਸੂਤਰ ਨੇ ਉਹ ਕਹਿੰਦੇ ਨੇ ਕਿ ਫਿਲਹਾਲ ਪੈਂਗੋਂਗ ਝੀਲ ਦੇ ਇਲਾਕੇ ਦੇ ਵਿੱਚ ਦੌਲਤ ਬੇਗ ਓਲਡੀ ਖੇਤਰ ਤੇ ਪੋਜੀਸ਼ਨ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਹਾਲਾਂਕਿ ਫੌਜਾਂ ਦੇ ਪਿੱਛੇ ਹਟਣ ਬਾਰੇ ਨਾ ਤਾਂ ਰੱਖਿਆ ਮੰਤਰਾਲੇ ਤੇ ਨਾ ਹੀ ਵਿਦੇਸ਼ ਮੰਤਰਾਲੇ ਨੇ ਕੋਈ ਪੁਸ਼ਟੀ ਜਿਹੜੀ ਹੈ ਜੀ ਉਹ ਕੀ ਹੈ। ਚੀਨ ਵਾਲੇ ਪਾਸਿਓਂ ਵੀ ਕੋਈ ਬਿਆਨ ਜਿਹੜਾ ਉਹ ਜਾਰੀ ਨਹੀਂ ਹੋਇਆ। ਇਹ ਭੰਬਲ ਭੂਸੇ ਵਾਲੀ ਸਥਿਤੀ ਦੇ ਉੱਤੇ ਜਿਹੜਾ ਜੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੂੰ ਸਵਾਲ ਕੀਤਾ ਕਿ ਚਾਈਨੀਜ਼ ਫੌਜੀਆਂ ਨੇ ਲੱਦਾਖ ਦੇ ਵਿੱਚ ਭਾਰਤੀ ਖੇਤਰ ਦੇ ਉੱਤੇ ਕੀ ਕਬਜ਼ਾ ਕਰ ਲਿਆ। ਉਹਨਾਂ ਨੇ ਇਹ ਸਵਾਲ ਜਿਹੜਾ ਜੀ ਉਹ ਦਾਗਿਆ। ਟਵੀਟ ਕਰਦਿਆਂ ਹੋਇਆ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਰੱਖਿਆ ਮੰਤਰੀ ਦਾ ਹੱਥ ਦੇ ਨਿਸ਼ਾਨ ਤੇ ਟਿੱਪਣੀ ਵਾਲਾ ਕੰਮ ਪੂਰਾ ਹੋ ਗਿਆ ਹੋਵੇ ਤਾਂ ਉਹ ਇਹਦਾ ਜਵਾਬ ਦੇ ਸਕਦੇ ਆ ਕਿ ਕੀ ਚਾਈਨਾ ਦੇ ਫੌਜੀਆਂ ਨੇ ਲੱਦਾਖ ਭਾਰਤੀ ਖੇਤਰ ਤੇ ਕਬਜ਼ਾ ਤਾਂ ਨਹੀਂ ਕਰ ਲਿਆ। ਰਾਹੁਲ ਗਾਂਧੀ ਨੇ ਅਮਿਤ ਸ਼ਾਹ ਦੇ ਬਿਆਨ ਕਿ ਮੌਜੂਦਾ ਸਮੇਂ ਦੇਸ਼ ਦੀ ਰੱਖਿਆ ਨੀਤੀ ਨੂੰ ਸਾਰੀ ਦੁਨੀਆ ਮੰਨ ਰਹੀ ਹੈ ਤੇ ਬੀਤੇ ਦਿਨੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਨਿਸ਼ਾਨਾ ਲਾਇਆ ਸੀ ਤੇ ਇਹਦੇ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮਿਰਜ਼ਾ ਗਾਲਿਬ ਦਾ ਸ਼ੇਰ ਥੋੜੇ ਵੱਖਰੇ ਢੰਗ ਦੇ ਨਾਲ ਜਿਹੜਾ ਜੀ ਉਹ ਪੇਸ਼ ਕੀਤਾ ਸੀਗਾ ਔਰ ਇਹਦੇ ਉਹਨਾਂ ਨੇ ਇੱਕ ਕਿਸਮ ਦੇ ਨਾਲ ਸਟਾਇਰ ਕੀਤਾ ਸੀਗਾ। ਰਾਜਨਾਥ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਹਾਥ ਮੇ ਦਰਦ ਹੋ ਤੋ ਦਵਾ ਕੀਜੇ, ਹਾਥ ਮੇ ਜਬ ਦਰਦ ਹੋ ਤੋ ਕਿਆ ਕੀਜੇ। ਹੱਥ ਦਾ ਮਤਲਬ ਪੰਜਾ ਕਾਂਗਰਸ ਦਾ ਜਿਹੜਾ ਚੋਣ ਨਿਸ਼ਾਨ ਹੈ। ਤੋ ਇਹਦੇ ਦੌਰਾਨ ਕਾਂਗਰਸ ਦੇ ਬੁਲਾਰੇ ਜਿਹੜਾ ਸੂਰਜੇਵਾਲਾ ਉਹਨੇ ਗੱਲ ਕਹੀ ਹੈ ਕਿ ਰੱਖਿਆ ਮੰਤਰੀ ਨੂੰ ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਦੇਣਾ ਚਾਹੀਦਾ। ਪਾਰਟੀ ਦੇ ਚੋਣ ਚਿੰਨ੍ਹ ਦੀ ਨਿੰਦਾ ਕਰਨ ਦੇ ਨਾਲ ਦੇਸ਼ ਦੀ ਰਾਖੀ ਨਹੀਂ ਹੋਣੀ। ਕਾਂਗਰਸ ਦੇ ਇੱਕ ਹੋਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਸਰਕਾਰ ਨੂੰ ਹੱਥ ਤੋਂ ਧਿਆਨ ਹਟਾ ਕੇ ਸਰਹੱਦ ਵੱਲ ਜਿਹੜਾ ਜੀ ਉਹ ਧਿਆਨ ਹੋਣਾ ਚਾਹੀਦਾ। ਇਹ ਜਿਹੜੇ ਜੀ ਬਿਆਨ ਕਾਂਗਰਸ ਨੇ ਦਿੱਤੇ ਨੇ। ਸਵਾਲ ਉਹੀ ਹੈ ਜਿੱਥੋਂ ਮੈਂ ਜਿਹੜੀ ਜੀ ਗੱਲ ਸਟਾਰਟ ਕੀਤੀ ਸੀ ਕਿ ਚਾਈਨਾ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਸਰਹੱਦ ਦੇ ਉੱਤੇ ਲੱਦਾਖ ਵਾਲੇ ਖੇਤਰ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਲੁਕੋਇਆ ਜਾ ਰਿਹਾ। ਕੁਝ ਸੂਤਰਾਂ ਨੇ ਤਾਂ ਕਹਿੰਦਾ ਪਿੱਛੇ ਹਟ ਗਈਆਂ ਪਰ ਇਹਦੀ ਪੁਸ਼ਟੀ ਨਹੀਂ ਕਰ ਰਹੇ। ਨਾ ਚਾਈਨਾ ਵਾਲੀ ਸਾਈਡ ਤੋਂ ਪੁਸ਼ਟੀ ਹੋ ਰਹੀ ਹੈ ਨਾ ਜਿਹੜੀ ਇਹਦੀ ਮਿਨਿਸਟਰੀ ਵਾਲੀ ਸਾਈਡ ਦੇ ਤੋਂ ਇੱਥੇ ਭਾਰਤ ਤੋਂ ਕੋਈ ਇਹਦੀ ਪੁਸ਼ਟੀ ਹੋ ਰਹੀ ਹੈ। ਜੀ ਨਹੀਂ ਹਟੇ ਹੋਣਗੇ ਜੀ ਹਜੇ। ਤੇ ਅੱਗੇ COVID-19 ਦੀ ਜਿਹੜੀ ਸਥਿਤੀ ਆ ਉਹ ਹੱਥੋਂ ਨਿਕਲ ਰਹੀ ਹੈ। ਦੇਖੋ ਕੁਝ ਥਾਵਾਂ ਦੇ ਉੱਤੇ ਸਥਿਤੀ ਬੇਹੱਦ ਗੰਭੀਰ ਜਿਹੜੀ ਹੈ ਜੀ ਉਹ ਬਣਦੀ ਤੁਰੀ ਜਾ ਰਹੀ ਆ। ਉਹ ਚਾਹੇ ਦੋ ਮਹਾਨਗਰ ਖਾਸ ਤੌਰ ਦੇ ਉੱਤੇ ਬਹੁਤ ਬੁਰੇ ਤਰੀਕੇ ਨਾਲ ਘਿਰ ਗਏ ਜੀ। ਇੱਕ ਤਾਂ ਮੁਲਕ ਦੀ ਰਾਜਧਾਨੀ ਦਿੱਲੀ, ਦੂਜੀ ਆਰਥਿਕ ਰਾਜਧਾਨੀ ਮੁੰਬਈ। ਜੇ ਆਪਾਂ ਜਿਹੜੀ ਜੀ ਉਹ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਹਾਲਾਤ ਜਿਹੜੇ ਆ ਜੀ ਉਹ ਡੇ ਬਾਈ ਡੇ ਖਰਾਬ ਹੁੰਦੇ ਤੁਰੇ ਜਾ ਰਹੇ ਆ। ਐਗਜ਼ੈਕਟਲੀ ਜਿਵੇਂ ਮੁੰਬਈ ਦੇ ਹਾਲਾਤ ਜਿਹੜੇ ਆ ਜੀ ਉਹ ਵੀ ਕਾਬੂ ਤੋਂ ਬਾਹਰ ਤੁਰੇ ਜਾ ਰਹੇ ਆ। ਦਿੱਲੀ ਦੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੋਰਾਂ ਦੀ ਜੇ ਗੱਲ ਜਿਹੜੀ ਹੈ ਜੀ ਉਹ ਮੰਨੀਏ ਤਾਂ ਇਹ ਬੜੀ ਗੰਭੀਰ ਤੁਸੀਂ ਕਹਿ ਸਕਦੇ ਹੋ ਕਿ ਸਥਿਤੀ ਜਿਹੋ ਜੀ ਜਿਹੜੀ ਆ ਉਹ ਬਣਦੀ ਤੁਰੀ ਜਾ ਰਹੀ ਹੈ।
ਮਨੀਸ਼ ਸਿਸੋਦੀਆ ਹੋਰਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ 31 ਜੁਲਾਈ ਤੱਕ ਗਿਣਤੀ ਜਿਹੜੀ ਆ ਉਹ 5.5 ਲੱਖ ਦਿੱਲੀ ਦੀ ਜਿਹੜੀ ਦੀ ਉਹ ਪਹੁੰਚ ਜਾਣੀ ਹੈ ਔਰ 80,000 ਬੈੱਡਾਂ ਦੀ ਲੋੜ ਜਿਹੜੀ ਹੈ ਉਹ ਪੈਣੀ ਹੈ। ਉਹਨਾਂ ਦਾ ਇਹ ਅੰਦਾਜ਼ਾ ਪਿਛਲੇ 12-13 ਦਿਨਾਂ ਤੋਂ ਦੁੱਗਣੇ ਹੋ ਰਹੇ ਮਾਮਲਿਆਂ ਤੋਂ ਜਿਹੜਾ ਜੀ ਉਹ ਲਾਇਆ ਗਿਆ। ਦਿੱਲੀ ਸਰਕਾਰ ਦੀ ਇਹ ਸੋਚ ਹੈ ਕਿ 15 ਜੂਨ ਤੱਕ 44,000 ਮਾਮਲੇ ਹੋ ਜਾਣਗੇ, 6600 ਬੈੱਡਾਂ ਦੀ ਜ਼ਰੂਰਤ ਪਊਗੀ। 30 ਜੂਨ ਤੱਕ 1 ਲੱਖ ਮਾਮਲੇ ਹੋ ਜਾਣਗੇ, 15,000 ਬੈੱਡਾਂ ਦੀ ਲੋੜ ਪਊਗੀ। 15 ਜੁਲਾਈ ਤੱਕ 2.25 ਲੱਖ ਮਾਮਲੇ ਹੋ ਜਾਣਗੇ, 33,000 ਬੈੱਡਾਂ ਦੀ ਲੋੜ ਪਊਗੀ। 31 ਜੁਲਾਈ ਤੱਕ 5.5 ਲੱਖ ਮਾਮਲੇ ਹੋ ਜਾਣਗੇ, 80,000 ਬੈੱਡਾਂ ਦੀ ਜਿਹੜੀ ਹੈ ਜੀ ਉਹ ਲੋੜ ਪਊਗੀ। ਮਨੀਸ਼ ਸਿਸੋਦੀਆ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਕਿ ਸਪਰੈਡ ਹੈ ਉਹ ਹੋ ਗਿਆ ਦਿੱਲੀ ਦੇ ਵਿੱਚ, ਜਦੋਂ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹਨੂੰ ਨਹੀਂ ਮੰਨ ਰਹੀ ਇਸ ਮਾਮਲੇ ਨੂੰ। ਉਹਨਾਂ ਨੇ ਕਿਹਾ ਕਿ ਇਹ ਕਮਿਊਨਿਟੀ ਸਪਰੈਡ ਜਿਹੜਾ ਹੈ ਉਹਦੇ ਕਰਕੇ ਹੁਣ ਜਿਹੜੀ ਆ ਉਹ ਸਥਿਤੀ ਦਿੱਲੀ ਦੀ ਉਹ ਬੇਕਾਬੂ ਹੋਣ ਵੱਲ ਨੂੰ ਤੁਰੀ ਜਾ ਰਹੀ ਹੈ। ਜੇ ਆਪਾਂ ਮਹਾਰਾਸ਼ਟਰ ਦੇ ਪ੍ਰਮੁੱਖ ਸ਼ਹਿਰ ਤੇ ਆਰਥਿਕ ਰਾਜਧਾਨੀ ਮੁੰਬਈ ਦੀ ਜਿਹੜੀ ਦੀ ਉਹ ਗੱਲ ਕਰੀਏ ਤੇ ਹਾਲਾਤ ਮੁੰਬਈ ਦੇ ਵੀ ਜਿਹੜੇ ਦੀ ਉਹ ਵੱਧ ਤੋਂ ਬਦਤਰ ਹੁੰਦੇ ਇਸ ਵੇਲੇ ਜਿਹੜੇ ਦੀ ਉਹ ਦਿਸ ਰਹੇ ਆ। ਹਾਲਾਤ ਉੱਥੇ ਵੀ ਜਿਹੜੇ ਕਮਿਊਨਿਟੀ ਸਪਰੈਡ ਵੱਲ ਨੂੰ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਹੇ ਆ। ਹਸਪਤਾਲਾਂ ਦੇ ਵਿੱਚ ਕੋਈ ਥਾਂ ਜਿਹੜੀ ਜੀ ਉਹ ਨਹੀਂ ਲੱਭ ਰਹੀ ਇਸ ਵੇਲੇ। ਕੱਲ ਜਿਹੜੀ ਸੀ 2258 ਲੋਕ ਜਿਹੜੇ ਦੀ ਉਹ ਪੋਜ਼ਿਟਿਵ ਉਹਨਾਂ ਦੀ ਰਿਪੋਰਟ ਆਈ। 120 ਦੀ ਮੌਤ ਜਿਹੜੀ ਹੋਈ ਇੱਕ ਦਿਨ ਦੇ ਵਿੱਚ। ਰਾਜ ਦੇ ਵਿੱਚ ਕੁੱਲ ਜਿਹੜੀ ਗਿਣਤੀ ਹੈ ਜੀ ਉਹ ਜੇ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੇ ਵਿੱਚ ਤਾਂ ਉਹ 90,787 ਜਿਹੜੀ ਉਹ ਹੋ ਚੁੱਕੀ ਹੋਈ ਆ। ਤਾਮਿਲਨਾਡੂ ਦੇ ਵਿੱਚ 34,914, ਦਿੱਲੀ ਦੇ ਵਿੱਚ 29,943 ਜਿਹੜੀ ਉਹ ਗਿਣਤੀ ਹੋ ਗਈ ਹੈ। ਜੇ ਟੋਟਲ ਮੁਲਕ ਦੀ ਗੱਲ ਕਰੀਏ 2,74,780 ਜਿਹੜੀ ਹੈ ਜੀ ਉਹ ਗਿਣਤੀ ਹੋ ਚੁੱਕੀ। ਔਰ ਪਿਛਲੇ ਹੁਣ ਤਕਰੀਬਨ 5 ਦਿਨ ਹੋ ਗਏ ਜਦੋਂ ਅੰਕੜਾ ਜਿਹੜਾ ਦੀ 24 ਘੰਟਿਆਂ ਦੇ ਵਿੱਚ 10,000 ਨੂੰ ਛੂਹਣ ਜਿਹੜਾ ਦੀ ਉਹ ਲੱਗ ਗਿਆ। ਇਸ ਕਰਕੇ ਜਿਹੜੀ ਗੱਲ ਮਨੀਸ਼ ਸਿਸੋਦੀਆ ਦੀ ਹੈ, ਕਿਉਂਕਿ ਆਫਟਰ ਆਲ ਉਹ ਇੱਕ ਉੱਚ ਅਹੁਦੇ ਦੇ ਉੱਤੇ ਬੈਠਾ, ਜੇ ਉਹ ਹਾਲਾਤਾਂ ਨੂੰ ਜਿਹੜਾ ਦੀ ਉਹ ਜਾਣਦਿਆਂ ਹੋਇਆ ਕਮਿਊਨਿਟੀ ਸਪਰੈਡ ਦੀ ਗੱਲ ਜਿਹੜੀ ਦੀ ਉਹ ਕਰ ਰਿਹਾ ਤੇ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਜੀ ਇਹ ਬੇਹੱਦ ਗੰਭੀਰਤਾ ਵਾਲੀ ਗੱਲ ਹੈ। ਔਰ ਮਹਾਨਗਰ ਕਿਉਂਕਿ ਇਹਨਾਂ ਦੀ ਆਬਾਦੀ ਬੜੀ ਹੈ, ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਾਂਦੇ ਆ, ਬਹੁਤ ਸਾਰੇ ਲੋਕ ਆਉਂਦੇ ਆ, ਮੁੰਬਈ ਦੇ ਵੀ ਹਾਲਾਤ ਜਿਹੜੇ ਜੀ ਇਹੋ ਜਿਹੇ ਨੇ। ਜੇ ਇਹਨਾਂ ਦੋਨਾਂ ਮਹਾਨਗਰਾਂ ਦੀ ਸਥਿਤੀ ਜਿਹੜੀ ਹੈ ਜੀ ਇੱਦਾਂ ਬੇਕਾਬੂ ਹੁੰਦੀ ਹੈ ਤੇ ਅਗਲੇ ਜਿਵੇਂ ਦਿਨਾਂ ਦੀ ਗੱਲ ਮਨੀਸ਼ ਸਿਸੋਦੀਆ ਹੋਰਾਂ ਨੇ ਕੀਤੀ ਹੈ ਤਾਂ ਸਥਿਤੀ ਗੰਭੀਰ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਹੋਰਡਿੰਗ ਲੱਗੇ ਹੋਏ ਪੰਜਾਬ ਦੇ ਵਿੱਚ ਮੋਰਚਾ ਫਤਿਹ ਆ, ਪਰ ਜਿਹੜੀ ਸ਼ਹਿਰਾਂ ਦੇ ਵਿੱਚ ਆ ਉਹ ਸਥਿਤੀ ਬਹੁਤ ਬੁਰਾ ਹਾਲ ਹੈ। ਸ਼ਹਿਰਾਂ ਦੇ ਵਿੱਚ ਹੀ ਜ਼ਿਆਦਾ ਜਿਹੜਾ ਜੀ ਕਰੋਨਾ ਵਾਇਰਸ ਦਾ ਜ਼ੋਰ ਹੈ। ਇਹਦਾ ਪ੍ਰਮੁੱਖ ਜਿਹੜਾ ਕਾਰਨ ਹੈ ਆਪਾਂ ਸਭ ਜਾਣਦੇ ਹਾਂ, ਭੀੜਾਂ ਨੇ। ਉਹ ਜਿਹੜੀਆਂ ਦੀ ਜਿਹੜਾ ਰਸ਼ ਹੈ, ਮਾਲਸ ਦੀ ਜੇ ਆਪਾਂ ਗੱਲ ਕਰੀਏ ਜਿਹੜੀਆਂ ਖੁੱਲੀਆਂ ਨੇ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਨੇ, ਰੁਪਈਆ ਨਹੀਂ ਵੱਟਤ ਉਹਨਾਂ ਨੂੰ ਜਿਹੜੀ ਦੀ ਹੋਈ। ਉਹ ਜਿਹੜੇ ਗੇੜਾ ਦੇਣ ਵਾਲੇ ਵੀ ਚਲੋ ਵੇਖ ਕੇ ਆਈਏ ਸਟੋਰ ਕਿੱਦਾਂ ਦੇ ਲੱਗਦੇ 2 ਮਹੀਨਿਆਂ ਤੋਂ ਬਾਅਦ, ਉਹ ਲੋਕ ਜਿਹੜੇ ਦੀ ਉਹ ਸੜਕਾਂ ਦੇ ਉੱਤੇ ਨਿਕਲ ਰਹੇ ਆ। ਬਥੇਰਾ ਜਿਹੜਾ ਦੀ ਉਹ ਰੌਲਾ ਪਾਇਆ ਮੰਡੀਆਂ ਦੇ ਵਿੱਚ ਵੀ ਕਿ ਨਾ ਬਿਨਾਂ ਮਤਲਬ ਤੋਂ ਜਾਓ, ਨਹੀਂ ਰੁਕ ਰਹੇ ਜੀ ਲੋਕ। ਵੱਡੇ ਵੱਡੇ ਹੋਰਡਿੰਗਸ ਲੱਗੇ ਨੇ ਜੀ, ਉਹਦੇ ਉੱਤੇ ਮਾਸਕ ਜ਼ਰੂਰ ਪਾਇਆ ਮੁੱਖ ਮੰਤਰੀ ਹੋਰਾਂ ਨੇ। ਕੱਲ ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਸ਼ਾਹੀ ਭੋਜ ਦੀ, ਉਹਦੇ 'ਚ ਸਾਰੇ ਨਾ ਤਾਂ ਡਿਸਟੈਂਸ ਕਿਸੇ ਨੇ ਰੱਖਿਆ ਹੋਇਆ, ਨਾ ਕਿਸੇ ਨੇ ਕੋਈ ਮਾਸਕ ਜਿਹੜਾ ਦੀ ਉਹ ਪਾਇਆ ਹੋਇਆ। ਮਤਲਬ ਕਿ ਹੋਰਡਿੰਗਸ ਤੱਕ ਉਹ ਸੀਮਤ ਆ। ਉਹਦੇ ਮੁਤਾਬਕ ਤਾਂ ਉਹ ਲੱਗਦਾ ਮਿਸ਼ਨ ਫਤਿਹ ਜਿਹੜਾ ਦੀ ਉਹ ਹੋ ਗਿਆ। ਜਦੋਂ ਕਿ ਦੂਜੇ ਪਾਸੇ ਜੇ ਆਪਾਂ ਸ਼ਹਿਰਾਂ ਦੀ ਜਿਹੜੀ ਦੀ ਉਹ ਗੱਲ ਕਰੀਏ ਤੇ ਹਾਲਾਤ ਜਿਹੜੇ ਆ ਜੀ ਉਹ ਡੇ ਬਾਈ ਡੇ ਵਿਗੜਦੇ ਤੁਰੇ ਜਾ ਰਹੇ ਆ। ਮੈਡੀਕਲ ਸਿੱਖਿਆ ਮੰਤਰੀ ਜਿਹੜੇ ਅੰਮ੍ਰਿਤਸਰ ਤੋਂ ਹੀ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੁਕਾਨਾਂ ਤੇ ਲੱਗੀਆਂ ਭੀੜਾਂ ਜਿਹੜੀਆਂ ਜੀ ਇਹ ਗਲਤ ਨੇ ਔਰ ਇਹਦੇ ਕਰਕੇ ਇਹ ਕੰਮ ਜਿਹੜਾ ਜੀ ਖਰਾਬ ਹੋ ਰਿਹਾ। ਅੰਮ੍ਰਿਤਸਰ ਦੇ ਵਿੱਚ 13 ਹੋਰ ਲੋਕਾਂ ਦੀ ਪੁਸ਼ਟੀ ਜਿਹੜੀ ਆ ਜੀ ਹੋ ਗਈ ਹੈ। 515 ਹੋ ਗਈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਦੀ ਕੇਸਾਂ ਦੀ ਗਿਣਤੀ। ਔਰ 13 ਜਿਹੜੇ ਕੇਸਾਂ ਦੇ ਵਿੱਚੋਂ 6 ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਕਰੋਨਾ ਪੋਜ਼ਿਟਿਵ ਮਰੀਜ਼ ਦੇ ਨਾਲ ਕੋਈ ਸੰਬੰਧ ਨਹੀਂ ਗਾ। ਮਤਲਬ ਕਿ ਅੱਗੇ ਉਹ ਨਹੀਂ ਲੱਭਿਆ ਕਿ ਉਹ ਕਿੱਥੋਂ ਜਿਹੜਾ ਦੀ ਉਹ ਮਿਲੇ ਨੇ। ਇਹੀ ਖਤਰਨਾਕ ਹੈ। ਇਹ ਗਾਰਡਨ ਐਨਕਲੇਵ, ਵਰਿੰਦਾਵਨ ਗਾਰਡਨ, ਸ਼ਾਸਤਰੀ ਨਗਰ, ਕਟੜਾ ਖਜ਼ਾਨਾ, ਹਾਲਗੇਟ, ਪੁਰਾਣੀ ਸਬਜ਼ੀ ਮੰਡੀ ਜਿਹੜਾ ਜੀ ਰਾਮਬਾਗ ਖੇਤਰ, ਇੱਥੋਂ ਇਹ ਮਰੀਜ਼ ਜਿਹੜੇ ਜੀ ਉਹ ਸਾਹਮਣੇ ਆਏ ਨੇ। ਕੋਟਕਪੂਰੇ ਦੇ ਵਿੱਚ 13 ਪਰਿਵਾਰ ਦੇ ਮੈਂਬਰ ਨੇ ਜਿਹੜੇ ਪੋਜ਼ਿਟਿਵ ਆਏ ਨੇ ਔਰ ਇਸ ਪਰਿਵਾਰ ਦੇ 15 ਮੈਂਬਰ ਹੁਣ ਪੋਜ਼ਿਟਿਵ ਹੋ ਗਏ। 2 ਪਹਿਲਾਂ ਸੀਗੇ ਜੀ,
ਫਰੀਦਕੋਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ 25 ਮਰੀਜ਼ ਜਿਹੜੇ ਜੀ ਉਹ ਜੇਰੇ ਇਲਾਜ ਨੇ। ਜੇ ਪਟਿਆਲੇ ਦੀ ਗੱਲ ਕਰੀਏ, ਪਟਿਆਲੇ ਦੇ ਵਿੱਚ 4 ਹੋਰ ਪੋਜ਼ਿਟਿਵ ਕੇਸ ਜਿਹੜੇ ਜੀ ਆ ਗਏ। ਪਟਿਆਲੇ ਦੇ ਪੁਰਾਣਾ ਬਿਸ਼ਨ ਨਗਰ ਦੇ ਰਹਿਣ ਵਾਲੇ ਪਰਿਵਾਰ ਦੇ 16 ਸਾਲ ਦੇ ਤੇ 37 ਸਾਲ ਦੇ 2 ਜੀ ਜਿਹੜੇ ਜੀ ਉਹ ਸ਼ਾਮਲ ਨੇ। ਇਹ ਸਹਾਰਨਪੁਰ ਤੋਂ ਆਏ ਸੀ ਪਿਛਲੇ ਦਿਨੀ। ਪਾਠਕ ਵਿਹਾਰ ਪਟਿਆਲਾ ਦਾ ਇੱਕ 42 ਸਾਲਾਂ ਦਾ ਤੇ ਉਹਦੀ ਬੇਟੀ 6 ਸਾਲਾਂ ਦੀ ਪੋਜ਼ਿਟਿਵ ਜਿਹੜੀ ਹੈ ਜੀ ਆਈ ਆ। ਇਹ ਜਿਹੜੇ ਸੀਗੇ ਜੀ ਇਹ ਯੂਪੀ ਤੋਂ ਆਏ ਪਿਛਲੇ ਦਿਨੀ। ਜਲੰਧਰ ਦੇ ਵਿੱਚ ਜਿਹੜੇ ਜੀ ਉਹ 3 ਮਰੀਜ਼ ਹੋਰ ਪੋਜ਼ਿਟਿਵ ਆਏ ਨੇ। 318 ਜਲੰਧਰ ਦੀ ਜਿਹੜੀ ਹੈ ਜੀ ਉਹ ਗਿਣਤੀ ਇਸ ਵੇਲੇ ਹੋਈ ਹੋਈ ਆ। 54 ਨਵੇਂ ਕੇਸ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ ਆਏ ਨੇ। 2719 ਜਿਹੜੀ ਆ ਉਹ ਗਿਣਤੀ ਹੋ ਗਈ ਹੋਈ ਆ। ਗਵਾਂਢੀ ਰਾਜ ਹਰਿਆਣਾ ਵੀ ਮੰਦੇ ਹਾਲਾਂ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ। 355 ਕੇਸ ਇੱਕ ਦਿਨ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੇ ਜੀ ਉਹ ਰਿਪੋਰਟ ਕੀਤੇ ਗਏ ਆ। ਹਰਿਆਣੇ ਦੇ ਵਿੱਚ ਕੁੱਲ ਜਿਹੜੀ ਗਿਣਤੀ ਆ ਉਹ 5209 ਨੂੰ ਜਿਹੜੀ ਉਹ ਪਹੁੰਚ ਚੁੱਕੀ ਜਿਹੜੀ ਜੀ ਉਹ ਹੋਈ ਹੈ ਜੀ। ਇਹ ਹਾਲਾਤ ਆਲੇ ਦੁਆਲੇ ਜਿਹੜੇ ਜੀ ਸਾਰੇ ਜਗ੍ਹਾ ਦੇ ਉੱਤੇ ਬਣ ਰਹੇ ਆ। ਰਾਜਧਾਨੀ ਚੰਡੀਗੜ੍ਹ ਵੀ ਜਿਹੜਾ ਜੀ ਉੱਥੇ ਵੀ ਹਾਲਾਤ ਉਹੋ ਜਿਹੇ ਨੇ। 6 ਨਵੇਂ ਕੇਸ ਸਾਹਮਣੇ ਆਏ। ਚੰਡੀਗੜ੍ਹ ਦੇ ਵਿੱਚ 326 ਜਿਹੜੀ ਆ ਉਹ ਗਿਣਤੀ ਹੋ ਚੁੱਕੀ ਹੋਈ ਹੈ ਜੀ ਹੁਣ ਤੱਕ ਜਿਨ੍ਹਾਂ ਦੀ। ਸੋ ਟੋਟਲ ਜਿਹੜੀ ਟੈਲੀ ਆ ਮੁਲਕ ਦੀ ਉਹ ਬੜੀ ਤੇਜ਼ੀ ਦੇ ਨਾਲ ਜਿਹੜੀ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਵੱਧ ਰਹੀ ਆ। 2,74,780 ਕੇਸ ਇਸ ਵੇਲੇ ਹੋ ਚੁੱਕੇ ਹੋਏ ਆ ਜੀ। ਪਰ ਸਭ ਤੋਂ ਮੰਦਾ ਹਾਲ ਜਿਵੇਂ ਪਹਿਲਾਂ ਦੱਸ ਚੁੱਕਿਆ ਕਿ ਮਹਾਨਗਰ ਜਿੰਨੀ ਜ਼ਿਆਦਾ ਆਬਾਦੀ ਉਨੇ ਜ਼ਿਆਦਾ ਕੇਸ। ਇਹ ਲਾ ਲਓ ਕਿ ਇਸ ਤਰੀਕੇ ਨਾਲ ਫੈਲ ਰਿਹਾ। ਤੇ ਮੂਰਛਾ ਪਤਾ ਨਹੀਂ ਕਦੀ ਨਾਲ ਹੋ ਗਿਆ। ਹੋਰਡਿੰਗ ਲੱਗੇ ਹੋਏ ਨੇ। ਤੇ ਅੱਗੇ ਮੁੱਖ ਮੰਤਰੀ ਦੀ ਦੁਆਰਾ ਜੇ ਗੱਲ ਕਰੀਏ ਤੇ ਫਾਰਮ ਹਾਊਸ ਦੇ ਉੱਤੇ ਸ਼ਾਹੀ ਭੋਜ ਜਾਰੀ ਹੈ। ਬਿਲਕੁਲ ਜੀ। ਐਕਚੁਅਲੀ ਇਹ ਜਿਹੜਾ ਜੀ ਸ਼ਾਹੀ ਭੋਜ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਉਹਦੇ 'ਚ ਖਵਾਇਆ ਕੀ ਜਾਂਦਾ ਇਹ ਨਹੀਂ ਪਤਾ। ਨਹੀਂ ਤਾਂ ਅਦਰਵਾਈਜ਼ ਜਿਹੜੇ ਗੱਲ ਕਰਦੇ ਸੀ 2500 ਕਰੋੜ ਰੁਪਈਆ ਆਬਕਾਰੀ ਵਿਭਾਗ ਦੇ ਵਿੱਚ ਘਾਟਾ ਪਿਆ, ਉਹਦੇ ਦੱਸੋ ਕਿੱਥੇ ਆ? ਟਵੀਟ ਤੇ ਟਵੀਟ ਜਿਹੜੇ ਜੀ ਉਹ ਕਰਦੇ ਸੀਗੇ, ਰੀਟਵੀਟ ਕਰਦੇ ਸੀ। ਜਿਉਂ ਰੋਟੀ ਖਾ ਕੇ ਆਏ ਆ ਮੁੜ ਕੇ ਨਹੀਂ ਬੋਲੇ। ਚਾਹੇ ਸੁਖਜਿੰਦਰ ਸਿੰਘ ਰੰਧਾਵਾ ਨੇ, ਚਾਹੇ ਉਹ ਰਾਜਾ ਵੜਿੰਗ ਨੇ, ਤੇ ਚਾਹੇ ਉਹਨਾਂ ਵਰਗੇ ਹੋਰ ਨੇ ਜਿਨ੍ਹਾਂ ਨੇ ਤਾਂ ਬੰਦਿਆਂ ਦੇ ਵੀ ਨਾਂ ਦੱਸਦੇ ਸੀ ਵੀ ਆਹ ਸ਼ਰਾਬ ਦੇ ਵਿਕਰੇਤਾ ਨੇ। ਇਹਦੇ ਨਾਲ ਇਹਨਾਂ ਦੇ ਜਿਹੜੇ ਜੀ ਅੰਦਰ ਜਿਹੜਾ ਜੀ ਉਹ ਕੁਝ ਖਵਾ ਖੂ ਕੇ ਜਿਹੜਾ ਜੀ ਉਹ ਭੇਜ ਦਿੱਤਾ ਜਾਂਦਾ। ਤੇ ਬਾਹਰ ਆ ਕੇ ਕਹਿੰਦੇ ਵੀ ਜੇ ਮੁੱਖ ਮੰਤਰੀ ਸਾਹਿਬ ਪਾਣੀ ਤੇ ਵੀ ਸੱਦਣਗੇ ਅਸੀਂ ਪਾਣੀ ਤੇ ਵੀ ਆ ਜਾਵਾਂਗੇ। ਰੋਟੀ ਤਾਂ ਬਹੁਤ ਵੱਡੀ ਜਿਹੜੀ ਜੀ ਉਹ ਗੱਲ ਹੈ। ਹੁਣ ਜਿਹੜਾ ਸ਼ਾਹੀ ਭੋਜ ਆ ਇਹਦੇ ਵਿੱਚ ਅੰਮ੍ਰਿਤਸਰ ਤੋਂ ਜਿਹੜਾ ਜੀ ਉਹ ਸੱਦੇ ਗਏ ਡਾਕਟਰ ਰਾਜਕੁਮਾਰ ਵੇਰਕਾ ਜਿਹੜੇ ਕਿ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਨੇ, ਤੇ ਇੱਕ ਇੰਦਰਵੀਰ ਸਿੰਘ ਬੁਲਾਰੀਆ ਜਿਹੜੇ ਇਹਨਾਂ ਦੋਨਾਂ ਨੂੰ ਜਿਹੜਾ ਫਾਰਮ ਹਾਊਸ ਸਿਸਵਾਂ ਦੇ ਵਿੱਚ ਜਿੱਥੋਂ ਅੱਜ ਕੱਲ੍ਹ ਸਰਕਾਰ ਚੱਲਦੀ ਹੈ ਪਿਛਲੇ ਕਈ ਮਹੀਨਿਆਂ ਤੋਂ, ਕਿਉਂਕਿ ਸਰਕਾਰੀ ਰਿਹਾਇਸ਼ ਆਪਣੀ ਛੱਡ ਗਏ ਹੋਏ ਆ ਕਪਤਾਨ ਸਾਹਿਬ, ਉਹ ਇੱਥੇ ਨਹੀਂ ਹੈਗੇ। ਉਹ ਇੱਥੋਂ ਹੀ ਆਪਣਾ ਜਿਹੜਾ ਜੀ ਉਹ ਚਲਾਉਂਦੇ ਨੇ ਫਾਰਮ ਹਾਊਸ ਤੋਂ ਸਰਕਾਰ। ਉੱਥੇ ਉਹਨਾਂ ਨੇ ਰੋਟੀ ਦੇ ਉੱਤੇ ਜਿਹੜਾ ਜੀ ਉਹ ਸੱਦਿਆ। 3 ਘੰਟੇ ਇਹਨਾਂ ਦੇ ਨਾਲ ਗੱਲਬਾਤ ਦਿੱਤੀ ਦੱਸੀ ਜਾਂਦੀ। ਹੁਣ 3 ਘੰਟੇ ਉਹ ਤਾਂ 3 ਮਿੰਟ ਨਹੀਂ ਮਿਲਦੇ ਵਿਧਾਇਕ ਨੂੰ। ਮਤਲਬ ਕਿ ਅੰਦਰ ਖਾਤੇ ਕੁਛ ਨਾ ਕੁਛ ਤਾਂ ਜਿਹੜੀ ਜੀ ਉਹ ਖਿਚੜੀ ਪੱਕ ਰਹੀ ਆ। ਇਹ ਕਿਹਾ ਜਾ ਰਿਹਾ ਕਿ ਇੱਥੇ ਇਹਦੇ ਗੱਲਬਾਤ ਦੇ ਉੱਤੇ ਨਵਜੋਤ ਸਿੱਧੂ ਦੇ ਬਾਰੇ ਦੇ ਵਿੱਚ ਵੀ ਚਰਚਾ ਜਿਹੜੀ ਹੈ ਜੀ ਉਹ ਹੋਈ ਦੱਸੀ ਜਾ ਰਹੀ ਹੈ। ਹਾਲਾਂਕਿ ਕੋਈ ਵੀ ਖੁੱਲ੍ਹ ਕੇ ਦੱਸਣ ਦੇ ਵਾਸਤੇ ਤਿਆਰ ਨਹੀਂ ਗਾ ਜੀ। ਬਾਹਰ ਆ ਕੇ ਕੁਝ ਵੀ ਜਿਹੜਾ ਜੀ ਉਹ ਨਹੀਂ ਦੱਸ ਰਹੇ। ਬਾਹਰ ਆ ਕੇ ਤਾਂ ਇਹ ਕਹਿ ਰਹੇ ਆ ਕਿ ਗੱਲਬਾਤ ਜਿਹੜੀ ਹੈ ਜੀ ਉਹ ਹੋਈ ਆ, ਔਰ ਜਿਹੜੀ ਕਰੋਨਾ ਵਾਇਰਸ ਦੀ ਸਥਿਤੀ ਤੇ ਹਲਕੇ ਦੇ ਵਿੱਚ ਹੋਣ ਵਾਲੇ ਜਿਹੜੇ ਵਿਕਾਸ ਦੇ ਕੰਮ ਨੇ ਉਹਨਾਂ ਦੇ ਵਾਸਤੇ ਜਾਣਕਾਰੀ ਜਿਹੜੀ ਜੀ ਉਹ ਲਈ ਗਈ ਆ, ਜਾਣਕਾਰੀ ਦਿੱਤੀ ਜਿਹੜਾ ਜੀ ਉਹ ਗਈ ਆ। ਹੁਣ ਕਰੋਨਾ ਵਾਇਰਸ ਦੇ ਵਾਸਤੇ 2 ਵਿਧਾਇਕਾਂ ਨੂੰ ਸੱਦਿਆ ਜਾਵੇ ਅੰਮ੍ਰਿਤਸਰਦਿਆਂ ਨੂੰ ਉਹਦੀ ਸਥਿਤੀ ਜਾਣਨ ਦੇ ਵਾਸਤੇ। ਇਹ ਗੱਲ ਆਮ ਬੰਦੇ ਦੇ ਤਾਂ ਜਿਹੜੀ ਉਹ ਪਚਦੀ ਨਹੀਂ ਗੀ ਨਾ। ਤੇ 2 ਵਿਧਾਇਕਾਂ ਨੂੰ ਉਹ ਵੀ ਉੱਥੋਂ ਜਿੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਕਿਉਂਕਿ ਡਾਕਟਰ ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨੇੜਲਿਆਂ ਦੇ ਵਿੱਚੋਂ ਕਹੇ ਜਾਂਦੇ ਆ। ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਮਾਮਲਾ ਭਖਿਆ ਸੀਗਾ ਤੇ ਉਦੋਂ ਡਾਕਟਰ ਵੇਰਕਾ ਨੇ ਹੀ ਜਿਹੜੀ ਇਹਦੀ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਗੁੱਸੇ ਆ 2 ਮਾਮਲਿਆਂ ਦੇ ਉੱਤੇ। ਇੱਕ ਤਾਂ ਜਿਹੜਾ ਜੀ ਨਸ਼ਿਆਂ ਦੇ ਮਾਮਲੇ ਤੇ ਕੁਝ ਨਹੀਂ ਹੋਇਆ, ਤੇ ਦੂਸਰਾ ਜਿਹੜਾ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀਗੀਆਂ ਉਸ ਮਾਮਲੇ ਦੇ ਉੱਤੇ ਕੁਝ ਨਹੀਂ ਹੋਇਆ। ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਰਾਜਕੁਮਾਰ ਵੇਰਕਾ ਦੇ ਹਵਾਲੇ ਦੇ ਨਾਲ ਹੀ ਇਹ ਗੱਲ ਪੁੱਛੀ ਗਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਉਦੋਂ ਵੀ ਤੈਸ਼ ਦੇ ਵਿੱਚ ਜਿਹੜਾ ਜੀ ਆ ਗਈ ਸੀ, ਮੈਂ ਉਹ ਥੋੜ੍ਹੀ ਸਾਰਿਆਂ ਨੂੰ ਜਿਹੜਾ ਫੜ ਕੇ ਅੰਦਰ ਦੇ ਦੂਗਾ। ਸੋ ਇਸ ਕਰਕੇ ਇਹ ਜਿਹੜੀਆਂ ਸ਼ਾਹੀ ਭੋਜ ਆ ਜੀ ਉਹ ਹੁਣ ਬਹੁਤਿਆਂ ਨੂੰ ਤਾਂ ਚੁੱਪ ਜਿਹੜਾ ਜੀ ਉਹ ਕਰਾ ਲਿਆ ਗਿਆ। ਕੋਈ ਆ ਕੇ ਬਾਹਰ ਨਹੀਂ ਇਹ ਦੱਸਦਾ ਜੀ ਵੀ ਅੰਦਰ ਖਵਾਇਆ ਕੀ ਗਿਆ, ਜਿਹਦੇ ਨਾਲ ਉਹ ਪੰਜਾਬ ਦੇ ਮੁੱਦੇ ਹੀ ਉਹਨਾਂ ਨੂੰ ਜਿਹੜਾ ਜੀ ਉਹ ਭੁੱਲ ਜਾਂਦੇ। ਹੋ ਸਕਦਾ ਜੀ ਸੋਨੇ ਦੀ ਥਾਲੀ ਭੇਂਟ ਕਰ ਦਿੱਤੇ ਹੋਣਗੇ ਇਕੱਲੇ ਨੂੰ ਸੱਦ ਕੇ, ਇਹੀ ਕਾਰਨ ਹੋ ਸਕਦਾ। ਤਾਂ ਅੱਗੇ ਗੱਲ ਕਰਦੇ ਝੋਨੇ ਦੀ ਲਵਾਈ ਦੀ।
ਉਹ ਸ਼ੁਰੂ ਅੱਜ ਤੋਂ, ਪਰ ਕਿਸਾਨ ਤੇ ਮਜ਼ਦੂਰ ਆਮੋ ਸਾਹਮਣੇ। ਦੇਖੋ ਇਹ ਅੱਜ ਤੋਂ 10 ਜੂਨ ਜਿਹੜੀ ਜੀ ਦਿੱਤੀ ਸੀਗੀ ਝੋਨੇ ਦੀ ਲਵਾਈ ਦੇ ਵਾਸਤੇ, ਔਰ ਪਾਵਰਕਾਮ ਨੇ ਇਹ ਕਿਹਾ ਕਿ 8 ਘੰਟੇ ਜਿਹੜੀ ਹੈ ਜੀ ਉਹ ਬਿਜਲੀ ਦਿੱਤੀ ਜਾਊਗੀ ਕਿਸਾਨਾਂ ਨੂੰ। ਹਾਲਾਂਕਿ ਕੁਝ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਬੜੀ ਕੋਸ਼ਿਸ਼ ਇਸ ਵਾਰੀ ਕੀਤੀ ਆ ਕਿ ਸਿੱਧਾ ਝੋਨਾ ਜਿਹੜਾ ਵੱਟਾਂ ਦੇ ਉੱਤੇ ਜਾਂ ਬੈੱਡ ਬਣਾ ਕੇ ਜਿਹੜਾ ਜੀ ਝੋਨਾ ਉਹ ਲਾਇਆ ਜਾਵੇ, ਔਰ ਉਹ ਕਾਫੀ ਹੱਦ ਤੱਕ ਉਹਦੇ ਵਿੱਚ ਸਫਲ ਵੀ ਹੁੰਦੇ ਜਿਹੜਾ ਜੀ ਉਹ ਦਿਸ ਰਹੇ ਆ। ਐਗਜ਼ੈਕਟਲੀ ਕਿੰਨਾ ਇਹ ਲੱਗਿਆ ਜੀ ਝੋਨਾ ਇਹ ਨਹੀਂ ਕਿਹਾ ਜਾ ਸਕਦਾ, ਪਰ ਇਹਦੇ 'ਚ ਲੱਤਾਂ ਬਹੁਤ ਅੜਾਈਆਂ। ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਉਹਦੇ ਜਿਹੜੇ ਮਾਹਰ ਨੇ ਉਹ ਇੱਕੋ ਹੀ ਗੱਲ ਜਿਹੜੀ ਦੀ ਉਹ ਕਹੀ ਜਾਂਦੇ ਆ ਕਿ ਇਹਦੇ 'ਚ ਮੁਸ਼ਕਲਾਂ ਆ ਸਕਦੀਆਂ ਨੇ, 20% ਤੋਂ ਵੱਧ ਨਾ ਲਾਓ, ਇਹਦੇ 'ਚ ਮੁਸ਼ਕਲ। ਐਕਸਪਰਟ ਕਾਹਦੇ ਨੇ ਜੀ? ਇੰਨੇ ਸਾਲਾਂ ਤੋਂ ਪੰਜਾਬ ਨੂੰ ਕੱਦੂ ਵਾਲੇ ਝੋਨੇ 'ਚੋਂ ਨਹੀਂ ਕੱਢ ਸਕੇ, ਜਿਹਨੇ ਸੱਤਿਆਨਾਸ਼ ਪੰਜਾਬ ਦਾ ਜਿਹੜਾ ਜੀ ਉਹ ਕਰ ਦਿੱਤਾ। ਔਰ ਇਹ ਖਲੇਪੜ ਐਸਾ ਬਣਿਆ, ਪਾਣੀ ਜੀਰਨੋਂ ਹਟ ਗਿਆ, ਧਰਤੀ ਹੇਠਲਾ ਪਾਣੀ ਡੇ ਬਾਈ ਡੇ ਜਿਹੜਾ ਜੀ ਉਹ ਮੁੱਕਦਾ ਤੁਰਿਆ ਜਾ ਰਿਹਾ। ਇਹ ਇਸ ਵਾਰੀ ਮਹਾਮਾਰੀ ਕਾਰਨ ਜਿਹੜਾ ਜੀ ਜਿਹੜੀ ਪ੍ਰਵਾਸੀ ਲੇਬਰ ਆ ਉਹਦਾ ਵੱਡੀ ਜਿਹੜੀ ਜੀ ਉਹ ਸਮੱਸਿਆ ਬਣੀ ਆ। ਮੁੱਖ ਮੰਤਰੀ ਮੰਨਦੇ ਹੀ ਨਹੀਂ ਕਿ ਜਿਹੜੀ ਆ ਲੇਬਰ ਦੀ ਕੋਈ ਸਮੱਸਿਆ। ਉਹ ਕਹਿੰਦੇ ਹੁਣ ਤਾਂ ਪ੍ਰਵਾਸੀ ਮਜ਼ਦੂਰ ਜਾਣਾ ਹੀ ਨਹੀਂ ਚਾਹੁੰਦੇ, ਕਹਿੰਦੇ ਮੇਰੇ ਫੇਸਬੁੱਕ ਤੇ ਕਹੀ ਜਾਂਦੇ ਸਾਨੂੰ ਆ ਕੇ ਜਿਹੜਾ ਜੀ ਉਹ ਲੈ ਜਾਓ। ਇਹ ਗੱਲ ਉਹ ਬਾਰ-ਬਾਰ ਰਿਪੀਟ। ਹੁਣ ਕਿਹੜੇ ਪ੍ਰਵਾਸੀ ਮਜ਼ਦੂਰ ਫੇਸਬੁੱਕ ਦੇ ਉੱਤੇ ਨੇ ਇਹ ਨਹੀਂ ਪਤਾ ਜੀ। ਉਹ ਉਹਨਾਂ ਦੇ ਕੋਈ ਹੋਣਗੇ ਜੀ ਜਿਹੜੇ ਉਹਦੇ ਉੱਤੇ ਕਰੀ ਜਾਂਦੇ, ਜਿਹੜੇ ਫੇਕ ਅਕਾਊਂਟ ਬਣਾ ਲੈਂਦੇ ਨੇ, ਪ੍ਰਵਾਸੀ ਮਜ਼ਦੂਰਾਂ ਦੇ ਨਾਂ ਤੇ ਵੀ ਬਣ ਗਏ ਹੋਣਗੇ। ਤੋ ਜਿਹੜਾ ਪਿੰਡਾਂ ਥਾਵਾਂ ਦੇ ਉੱਤੇ ਸਥਿਤੀ ਜਿਹੜੀ ਆ ਜੀ ਉਹ ਟਕਰਾਓ ਵਾਲੀ ਬਣਦੀ ਤੁਰੀ ਜਾ ਰਹੀ ਆ, ਕਿਉਂਕਿ ਪਿੰਡਾਂ ਦੇ ਵਿੱਚ ਕੀ ਕੀਤਾ ਜਾ ਰਿਹਾ, ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਆ ਕਿ ਜਿਹੜਾ ਦੀ ਝੋਨੇ ਦੀ ਲਵਾਈ ਦਾ ਰੇਟ ਜਿਹੜਾ ਉਹ ਕਿੰਨਾ ਹੋਊਗਾ। ਪਿਛਲੇ ਸਾਲ ਜਿਹੜਾ ਲਵਾਈ ਦਾ ਰੇਟ 2500 ਤੋਂ 2700 ਰੁਪਈਆ ਤੱਕ ਕਿੱਲਾ ਜਿਹੜਾ ਸੀਗਾ, ਪ੍ਰਵਾਸੀ ਮਜ਼ਦੂਰ ਸੀਗੇ। ਹੁਣ ਬਹੁਤ ਵੱਡੀ ਗਿਣਤੀ ਚਲੇ ਗਏ। ਕੁਝ ਬੱਸਾਂ ਜਿਹੜੀਆਂ ਦੀ ਉਹ ਜ਼ਰੂਰ ਲਿਆਂਦੀਆਂ ਨੇ, ਪਰ ਉਹ ਇੰਨੀਆਂ ਕੁ ਥੋੜ੍ਹੀ ਹੈਗੀਆਂ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਝੋਨਾ ਉਹ ਲਾ ਦੇਣਗੀਆਂ ਬੱਸਾਂ ਜਿਹੜੀਆਂ ਦੀ ਉਹ ਲਿਆ ਕੇ। ਤੋ ਜਿਹੜੇ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਗੁਰਦੁਆਰੇ ਤੋਂ ਕੀਤੀ ਜਾ ਰਹੀ ਹੈ ਕਿ 3000 ਰੁਪਏ ਪ੍ਰਤੀ ਏਕੜ ਜਿਹੜਾ ਜੀ ਉਹ ਬੰਨਿਆ ਜਾ ਰਿਹਾ। ਅੱਛਾ, ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਇਹ ਕਿਹਾ ਜਾ ਰਿਹਾ ਕਿ ਪੰਜਾਬੀ ਮਜ਼ਦੂਰ ਨੂੰ 3000 ਰੁਪਏ ਪ੍ਰਤੀ ਏਕੜ ਤੇ ਪ੍ਰਵਾਸੀ ਮਜ਼ਦੂਰ ਨੂੰ 2500 ਰੁਪਈਆ ਪ੍ਰਤੀ ਏਕੜ ਤੋਂ ਵੱਧ ਨਾ ਦਿੱਤਾ ਜਾਵੇ। ਤੁਸੀਂ ਇਹੋ ਜੀ ਗੱਲ ਜਿਹੜੀ ਜੀ ਮਜ਼ਦੂਰ ਤਾਂ ਮਜ਼ਦੂਰ ਹੈ, ਤੁਸੀਂ ਇਦਾਂ ਦੀ ਗੱਲ ਗੁਰਦੁਆਰੇ ਦੀ ਅਨਾਊਂਸਮੈਂਟ ਦੇ ਵਿੱਚੋਂ ਕਿਉਂ ਕਰ ਰਹੇ ਹੋ? ਅਰਦਾਸ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਕੁਝ ਵੀਡੀਓ ਸਾਹਮਣੇ ਆਈਆਂ ਨੇ, ਅਰਦਾਸ ਦੇ ਵਿੱਚ ਵੀ ਇਹ ਗੱਲਾਂ ਬੋਲੀਆਂ ਜਾ ਰਹੀਆਂ ਨੇ। ਦੂਜੇ ਪਾਸੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ 25000 ਰੁਪਈਆ ਜੁਰਮਾਨਾ ਲਾਇਆ ਜਾਊਗਾ ਜੇ ਇਹਦੇ ਤੋਂ ਵੱਧ ਕੋਈ ਮਜ਼ਦੂਰਾਂ ਨੂੰ ਦਊਗਾ। ਜਿਹੜੇ ਹੈਗੇ ਨੇ ਮਜ਼ਦੂਰ ਜਿਹੜੇ ਜੀ ਉਹ ਆਪਣੀ ਮੀਟਿੰਗ ਜਿਹੜੀ ਜੀ ਕਰਕੇ ਜਿਹੜੇ ਉਹਨਾਂ ਦੇ ਆਪਣੇ ਗੁਰਦੁਆਰੇ ਨੇ ਉਹਨਾਂ ਦੇ ਸਪੀਕਰ ਤੋਂ ਐਲਾਨ ਜਿਹੜਾ ਜੀ ਕਰ ਰਿਹਾ ਕਿ ਘੱਟੋ ਘੱਟ 4500 ਰੁਪਈਆ ਜਿਹੜਾ ਉਹ ਝੋਨੇ ਦੀ ਲਵਾਈ ਜਿਹੜੀ ਹੈ ਜੀ ਉਹਦਾ ਰੱਖਿਆ ਗਿਆ। ਔਰ ਇਹ ਕਿਹਾ ਗਿਆ ਕਿ ਅਸੀਂ 4500 ਤੋਂ ਘੱਟ ਜਿਹੜਾ ਜੀ ਉਹ ਨਹੀਂ ਲੈਣਾ। ਔਰ ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਜੇ ਇਹਦੇ ਤੋਂ ਘੱਟ ਕੋਈ ਦਿੰਦਾ ਤੇ ਅਸੀਂ ਕੰਮ ਜਿਹੜਾ ਉਹ ਨਹੀਂ ਕਰਾਂਗੇ। ਔਰ ਇਹ ਵੀ ਕਿਹਾ ਗਿਆ ਕਿ 10000 ਰੁਪਏ ਦਾ ਜੁਰਮਾਨਾ ਲਾਇਆ ਜਾਊਗਾ ਜੇ ਇਦੋਂ ਘੱਟ ਦੇ ਉੱਤੇ ਕੋਈ ਕੰਮ ਜਿਹੜਾ ਜੀ ਉਹ ਕਰਦਾ। ਇਹ ਥਾਂ ਦੇ ਉੱਤੇ ਅਨਾਊਂਸਮੈਂਟ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਇਸ ਮੌਕੇ ਦੇ ਉੱਤੇ ਸਰਕਾਰ ਨੇ ਤਾਂ ਸੁਣਨਾ ਨਹੀਂ ਜੀ। ਸਰਕਾਰ ਤਾਂ ਕਹਿੰਦੀ ਜਿਹੜੀ ਮਜ਼ਦੂਰਾਂ ਦੀ ਕੋਈ ਸਮੱਸਿਆ ਹੀ ਹੈ ਨਹੀਂ ਜੀ। ਇਹ ਸਮੱਸਿਆ ਤਾਂ ਪਤਾ ਲੱਗੂਗੀ ਜੀ ਅਗਲੇ ਮਹੀਨੇ 2 ਮਹੀਨਿਆਂ ਤੱਕ, ਜਦੋਂ ਇੰਡਸਟਰੀ ਦੇ ਵਿੱਚ ਵੀ ਕੰਮ ਕਰਨ ਦੇ ਵਾਸਤੇ ਕੋਈ ਨਾ ਲੱਭਾ। ਐਟਲਸ ਵਾਲੇ ਵਿਚਾਰੇ ਜੰਦਰੇ ਲਾ ਕੇ ਗਾਂਹ ਗਏ ਜੀ, ਮਜ਼ਦੂਰਾਂ ਦੀ ਕਰਕੇ ਜਿਹੜਾ ਜੀ ਉਹ ਹੋਇਆ। ਕਿਸਾਨ ਨੂੰ ਵੀ ਇੱਕ ਤਾਂ ਜਿਹੜਾ ਜੀ ਅਜਿਹੇ ਮਤਿਆਂ ਤੋਂ ਗਰੇਜ ਕਰਨਾ ਪਊਗਾ ਜਿਹੜੇ ਕਿ ਫ੍ਰਿਕਸ਼ਨ ਪੈਦਾ ਕਰਦੇ ਹੋਣ। ਦੂਸਰਾ ਇਹ ਕਿ ਜੇ ਉਹ ਪ੍ਰਵਾਸੀ ਲੇਬਰ ਦੇ ਉੱਤੇ ਹੁਣ ਕੰਪਲੀਟਲੀ ਡਿਪੈਂਡੈਂਟ ਹੋ ਗਿਆ ਸੀਗਾ ਤੇ ਉਹਨੂੰ ਇਹਦਾ ਤੋੜ ਲੱਭਣਾ ਪਊਗਾ, ਕਿਉਂਕਿ ਆਉਂਦੇ ਸਮੇਂ ਦੇ ਦੌਰਾਨ ਉਹ ਹਾਲਾਤ ਨਹੀਂ ਰਹਿਣੇ ਜਿਹੜੇ COVID-19 ਤੋਂ ਪਹਿਲਾਂ ਸੀ, ਜੇ ਕਿਸਾਨ ਸਮਝੇ। ਇਸ ਮੌਕੇ ਦੇ ਉੱਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜੀ ਉਹਨਾਂ ਦੇ ਇੱਕ ਰੋਲ ਬਣਦਾ ਸੀਗਾ ਕਿ ਉਹ ਸਮਝਾ ਬੁਝਾ ਕੇ ਦੋਵੇਂ ਜਿਹੜੇ ਭਾਈਚਾਰੇ ਨੇ, ਦੇਖੋ ਨਾ ਕਿਸਾਨਾਂ ਦਾ ਮਜ਼ਦੂਰਾਂ ਬਿਨਾਂ ਸਰਨਾ, ਨਾ ਮਜ਼ਦੂਰਾਂ ਦਾ ਕਿਸਾਨਾਂ ਬਿਨਾਂ ਸਰਨਾ, ਤੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਸਮਝਾਉਂਦੇ ਬੁਝਾਉਂਦੇ, ਪਰ ਸਮਝਾਉਣ ਬੁਝਾਉਣ ਵਾਲੀ ਜਿਹੜੀ ਜੀ ਉਹ ਗੱਲ ਦਿਸ ਨਹੀਂ ਰਹੀ। ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਹੁੰਦੀਆਂ ਅਨਾਊਂਸਮੈਂਟ ਜਿਹੜੀਆਂ ਨੇ, ਸਪੀਕਰਾਂ ਤੋਂ ਜਿਹੜੀਆਂ ਅਨਾਊਂਸਮੈਂਟ ਨੇ, ਬਿਨਾਂ ਕਿਸੇ ਸ਼ੱਕ ਦੇ ਦੋਨਾਂ ਫਿਰਕਿਆਂ ਦੇ ਵਿਚਾਲੇ, ਕਿਸਾਨ ਤੇ ਕਿਸਾਨ ਮਜ਼ਦੂਰਾਂ ਦੇ ਵਿਚਾਲੇ ਜਿਹੜਾ ਜੀ ਉਹ ਵੰਡੀਆਂ ਪਾ ਰਹੀਆਂ। ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਪੰਜਾਬ ਵਾਲਿਆਂ ਨੇ ਸਰਕਾਰ ਤੋਂ ਕੁੱਟ ਖਾਣ ਲਈ ਹੀ ਇਹ ਰੱਖੀ ਹੋਈ ਆ। ਲੋਕਡਾਊਨ ਦੇ ਵੇਲੇ ਜੇ ਲੰਗਰ ਛਕਾਉਣਾ ਆ ਤੇ ਆਪ ਲੋਕਾਂ ਨੇ ਛਕਾਉਣਾ ਆ, ਪਿੰਡਾਂ ਦੀ ਰਾਖੀ ਕਰਨੀ ਆ ਤੇ ਆਪ ਕਰਨੀ ਆ, ਆਪੇ ਫੈਸਲੇ ਸਾਰਾ ਕੁਝ ਕਰੀ ਜਾਂਦੇ ਆ। ਸਮਝ ਨਹੀਂ ਲੱਗਦੀ
ਕਿ ਸਰਕਾਰ ਕਾਹਦੇ ਲਈ ਰੱਖੀ ਹੋਈ ਆ। ਅਤੇ ਅੱਗੇ ਲੋਕਡਾਊਨ ਦੀ ਕਰਦੇ ਆ ਗੱਲ, ਉਸ ਕਰਕੇ ਘਰਾਂ ਦੇ ਵਿੱਚ ਲੜਾਈਆਂ ਬਹੁਤ ਹੋਈਆਂ ਆ, ਕੁੱਟਮਾਰ ਬਹੁਤ ਹੋਈ ਆ, ਉਸ ਦੇ ਨਾਲ ਬੱਚਿਆਂ 'ਤੇ ਵੀ ਬਹੁਤ ਬੁਰਾ ਅਸਰ। ਦੇਖੋ, ਇਹ ਸਥਿਤੀ ਜਿਹੜੀ ਆ ਜੀ, ਇਹ ਮੇਰਾ ਖਿਆਲ ਵਰਲਡ ਵਾਈਡ ਹੀ ਜਿਹੜੀ ਉਹ ਬਣਨੀ ਆ, ਕਿਉਂਕਿ ਲੋਕਾਂ ਦੀ ਇਨਕਮ ਜਿਹੜੀ ਆ ਜੀ ਉਹਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਉਹ ਪੈ ਜਾਣਾ। ਤੇ ਘਰਾਂ ਦੀਆਂ ਲੜਾਈਆਂ ਆਪਾਂ ਕਈ ਦਿਨਾਂ ਤੋਂ ਜਿਹੜੀਆਂ ਦੀ ਉਹ ਸਾਂਝੀਆਂ ਕਰ ਰਹੇ ਆ ਕਿ ਕਿਵੇਂ ਪਿਓਆਂ ਦੇ ਹੱਥੋਂ ਪੁੱਤ ਕਤਲ ਹੋ ਰਹੇ ਆ, ਭਰਾ ਦੇ ਹੱਥੋਂ ਭਰਾ ਕਤਲ ਹੋ ਰਿਹਾ, ਕੁੱਟਮਾਰ ਦੀਆਂ ਘਟਨਾਵਾਂ ਤਾਂ ਵੱਡੇ ਪੱਧਰ ਦੇ ਉੱਤੇ ਵਾਪਰ ਰਹੀਆਂ। ਇਹ ਤਾਂ ਜਿਹੜਾ ਰਿਕਾਰਡ ਵੀ ਮੰਨਦਾ, ਪੁਲਿਸ ਵੀ ਜਿਹੜੀ ਇਹਦੀ ਮੰਨਦੀ ਹੈ ਕਿ ਬਹੁਤ ਸਾਰੇ ਫੋਨ ਜਿਹੜੇ ਨੇ ਉਹ ਡੋਮੈਸਟਿਕ ਵਾਇਲੈਂਸ ਜਿਹੜੀ ਆ ਕੁੱਟਮਾਰ ਦੇ ਆ ਰਹੇ ਆ ਸਾਹਮਣੇ। ਦੋ ਜਿਹੜੀਆਂ ਦੀ ਵੱਖ-ਵੱਖ ਥਾਵਾਂ ਦੇ ਉੱਤੇ ਘਟਨਾਵਾਂ ਹੋਈਆਂ, ਇੱਕ ਪੰਜਾਬ ਦੇ ਵਿੱਚ ਹੋਈ ਆ, ਪੰਜਾਬ ਦੇ ਸ਼ਹਿਰ ਸ਼ਾਹਕੋਟ ਦੇ ਵਿੱਚ, ਤੇ ਦੂਜੀ ਝਾਰਖੰਡ ਦੇ ਰਾਜਗਨਵਰ ਏਰੀਆ ਦੇ ਵਿੱਚ ਜਿਹੜੀ ਉਹ ਸਾਹਮਣੇ ਹੋਈ ਆ। ਇੱਥੇ ਬੜੀਆਂ ਜਿਹੜੀਆਂ ਦੀ ਉਹ ਦੁਖਦਾਈ ਘਟਨਾਵਾਂ ਸਾਹਮਣੇ ਆਈਆਂ ਨੇ। ਸ਼ਾਹਕੋਟ ਦੇ ਵਿੱਚ ਇੱਕ ਮਾਂ ਨੇ ਆਪਣੇ 6 ਸਾਲ ਦੀ ਮਾਸੂਮ ਜਿਹੜਾ ਬੱਚਾ ਸੀ ਜੀ, ਉਹਨੂੰ ਦਾਦਾ ਦਾਦੀ ਦੇ ਕੋਲ ਸੌਣ ਦੀ ਜਿੱਦ ਦੇ ਵਿੱਚ ਨਾਰਾਜ਼ ਹੋ ਕੇ ਉਹਨੂੰ ਚਾਕੂ ਮਾਰ ਕੇ ਜਿਹੜਾ ਜੀ ਉਹ ਮਾਰ ਦਿੱਤਾ। ਸ਼ਾਹਕੋਟ ਦੇ ਸੋਲ ਜਗੀਰ ਪਿੰਡ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਇੱਥੇ ਜਿਹੜਾ ਜੀ ਮਾਂ ਨੇ 6 ਸਾਲ ਦੇ ਆਪਣੇ ਇਕਲੌਤਾ ਉਹਦਾ ਮੁੰਡਾ ਸੀਗਾ, ਉਹਨੂੰ ਚਾਕੂ ਮਾਰ ਕੇ ਮਾਰਤਾ। ਉਹਦਾ ਪਤੀ ਇਟਲੀ 'ਚ ਰਹਿੰਦਾ। ਜਿਹੜੇ ਇਹ ਕੁਲਵਿੰਦਰ ਕੌਰ ਆ, ਉਹਨੇ ਵੀ ਇਟਲੀ ਜਾਣਾ ਸੀ, ਲੋਕਡਾਊਨ ਕਰਕੇ ਨਹੀਂ ਜਾ ਸਕੀ। ਸ਼ਾਇਦ ਇਹ ਖਿਝ ਸੀਗੀ ਜਿਹੜੀ ਕਿ ਉਹਦੀ ਬੱਚੇ ਦੇ ਉੱਤੇ ਨਿਕਲ ਗਈ। ਉਹਦੇ ਸੱਸ ਸਹੁਰਾ ਨਾਲ ਰਹਿੰਦੇ ਆ, ਸੱਸ ਦੇ ਨਾਲ ਲੜਾਈ ਝਗੜਾ ਰਹਿੰਦਾ ਸੀਗਾ। ਬੱਚਾ ਇਸ ਗੱਲ ਦੀ ਜਿੱਦ ਕਰਦਾ ਸੀਗਾ ਕਿ ਉਹਨੇ ਦਾਦੀ ਦੇ ਕੋਲੇ ਆਪਣੇ ਜਿਹੜਾ ਜੀ ਉਹ ਸੌਣਾ। ਇਸੇ ਗੱਲ ਨੂੰ ਜਿਹੜਾ ਜੀ ਉਹ ਲੈ ਕੇ ਉਹਨੇ ਬੱਚੇ ਨੂੰ ਆਪਣੇ ਨੂੰ ਮਾਰਤਾ ਔਰ ਆਪ ਜਾ ਕੇ ਖੁਦ ਕੋਠੇ ਦੇ ਉੱਤੇ ਚੜ੍ਹ ਕੇ ਉੱਥੋਂ ਛਾਲ ਮਾਰਤੀ। ਉਹਦੀ ਹਾਲਤ ਜਿਹੜੀ ਆ ਉਹ ਸਥਿਰ ਹੈ, ਹਸਪੀਟਲ ਦੇ ਵਿੱਚ ਦਾਖਲ ਆ। ਆਪ ਤਾਂ ਜਿਹੜਾ ਜੀ ਉਹ ਬਚ ਗਈ, ਬੱਚਾ ਉਹਨੇ ਜ਼ਰੂਰ ਜਿਹੜਾ ਜੀ ਉਹ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਪਰਚਾ ਦਰਜ ਜਿਹੜਾ ਉਹ ਕੀਤਾ। ਉਧਰ ਝਾਰਖੰਡ ਤੋਂ ਜਿਹੜੀ ਘਟਨਾ ਹੈ ਜੀ, ਉੱਥੇ ਇਹ ਧਨਵਾਰ ਥਾਣਾ ਪੈਂਦਾ, ਪੂਰੇ ਕਲਾ ਪਿੰਡ ਦੇ ਵਿੱਚ। ਉੱਥੇ ਵੀ ਇੱਕ ਮਾਂ ਨੇ ਆਪਣੇ 2 ਬੇਟੇ ਤੇ ਇੱਕ ਬੇਟੀ ਨੂੰ ਜਿਉਂਦਿਆਂ ਸਾੜ ਦਿੱਤਾ ਔਰ ਉਹਨੇ ਆਪ ਵੀ ਜਾਨ ਦੇ ਦਿੱਤੀ। ਪਤਾ ਇਹ ਲੱਗਿਆ ਕਿ 2 ਜਿਹੜੇ ਬੱਚੇ ਸੀ ਉਹਨਾਂ ਨੂੰ ਇੱਕ ਵੱਡੇ ਬਕਸੇ ਦੇ ਵਿੱਚ ਪਾਤਾ, ਤੋਂ ਬਾਅਦ ਮਿੱਟੀ ਦਾ ਤੇਲ ਉਹਦੇ ਉੱਤੇ ਪਾ ਕੇ ਅੱਗ ਲਾਤੀ। ਆਪਣੇ ਕਮਰੇ ਦੇ ਵਿੱਚ ਵੀ ਉਹਨੇ ਮਿੱਟੀ ਦਾ ਤੇਲ ਛਿੜਕਿਆ, ਆਪਣੇ ਆਪ ਨੂੰ ਵੀ ਅੱਗ ਜਿਹੜਾ ਜੀ ਉਹ ਲਾਤੀ। ਜਿਹੜਾ ਨੇੜੇ ਤੇੜੇ ਦੇ ਲੋਕ ਭੱਜੇ, ਦਰਵਾਜ਼ਾ ਧੂੰਆਂ ਨਿਕਲ ਕੇ ਦਰਵਾਜ਼ਾ ਤੋੜ ਕੇ ਅੰਦਰ ਜਿਹੜਾ ਜੀ ਗਏ, ਪਰ ਉਦੋਂ ਤੱਕ ਜਿਹੜੇ ਬਕਸੇ ਦੇ ਵਿੱਚ ਬੰਦ 2 ਬੱਚੇ ਸੀ ਉਹਨਾਂ ਦੀ ਮੌਤ ਜਿਹੜੀ ਉਹ ਹੋਈ ਸੀਗੀ। ਜਿਹੜੀ ਇੱਕ ਬੱਚਾ ਇਹਦੇ ਕੋਲੇ ਜਿਹਨੂੰ ਨਾਲ ਉਹਨੇ ਪਾ ਕੇ ਅੱਗ ਜਿਹੜੀ ਲਾਈ, ਉਹ ਤੇ ਔਰਤ ਉਦੋਂ ਜਿਉਂਦੇ ਸੀ। ਇਹਨਾਂ ਨੂੰ ਹਸਪੀਟਲ ਲੈ ਕੇ ਗਏ ਪਰ ਦੋਨੋਂ ਇਹ ਵੀ ਨਹੀਂ ਬਚਾਏ ਜਾ ਸਕੇ। 3 ਬੱਚੇ ਵੀ ਮਰ ਗਏ, ਉਹ ਆਪ ਵੀ ਜਿਹੜੀ ਉਹ ਮਰ ਗਈ। ਇਹਦਾ ਵੀ ਕਾਰਨ ਜਿਹੜਾ ਜੀ ਲੜਾਈ ਝਗੜਾ ਉਹ ਸੱਸ ਦੇ ਨਾਲ ਜਿਹੜਾ ਜੀ ਉਹ ਹੋਇਆ। ਉਹ ਦੁੱਧ ਤੋਂ ਜਿਹੜਾ ਜੀ ਸੱਸ ਤੇ ਨੂੰਹ ਆਪਸ ਦੇ ਵਿੱਚ ਲੜ ਪਈਆਂ। ਉਦੋਂ ਬਾਅਦ ਉਹਦੇ ਘਰ ਵਾਲਾ ਜਿਹੜਾ ਜੀ ਆ ਗਿਆ, ਉਹਨੇ ਔਰਤ ਕੁੱਟ ਦਿੱਤੀ ਡੰਡਾ ਲੈ ਕੇ। ਉੱਥੋਂ ਜਿਹੜੀ ਸੀ ਉਹ ਗੁੱਸੇ ਦੇ ਵਿੱਚ ਆ ਗਈ ਤੇ ਉਹਨੇ ਬੱਚਿਆਂ ਨੂੰ ਵੀ ਸਾੜਤਾ ਤੇ ਆਪ ਵੀ ਜਿਹੜਾ ਜੀ ਉਹ ਸੜ ਗਈ। ਇਹ ਹਾਲਾਤ ਜਿਹੜੇ ਜੀ ਇਹ COVID-19 ਤੋਂ ਬਾਅਦ ਘਰਾਂ ਦੇ ਵਿਚਾਲੇ ਜਿਹੜੇ ਉਹ ਚੱਲ ਰਹੇ ਆ। ਜ਼ਿਆਦਾ ਬੁਰੇ ਹਾਲਾਤ ਆ ਜੀ ਇਹ ਤੇ। ਅੱਗੇ ਫਿਰ ਗੱਲ ਕਰਦੇ ਹਾਂ ਲੁਧਿਆਣੇ ਦੀ। ਲੁਧਿਆਣੇ ਦੇ ਵਿੱਚ ਚਿੱਟੇ ਵਾਲੀ ਭਾਬੀ ਫੜੀ ਗਈ। ਦੇਖੋ, ਇਹੋ ਜਿਹੇ ਨਾਮ ਬੜੇ ਫੇਮਸ ਜਿਹੜੇ ਜੀ ਹੁੰਦੇ ਆ। ਚਾਚੀ, ਦਾਰੂ ਵਾਲੀ ਚਾਚੀ ਜਿਹੜੀ ਜੀ ਉਹ, ਜਾਂ ਚਿੱਟੇ ਵਾਲੀ ਭਾਬੀ, ਜਿਹੜੀਆਂ ਔਰਤਾਂ ਨਸ਼ੇ ਦੀ ਇਹ ਵੇਚਦੀਆਂ ਨੇ ਜੀ। ਇਹ ਡਾਬਾ, ਸ਼ਿਮਲਾਪੁਰੀ ਤੇ ਗਿਆਸਪੁਰਾ ਨਸ਼ੇ ਦੇ ਏਰੀਏ ਦੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੀ ਜਿਹੜੀ ਮਸ਼ਹੂਰ ਚਿੱਟੇ ਵਾਲੀ ਭਾਬੀ, ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਬੜੀ ਵਾਰੀ ਪੁਲਿਸ ਤੋਂ ਜਿਹੜਾ ਜੀ ਉਹ ਬਚੀ ਆ ਔਰ ਲੱਖਾਂ ਰੁਪਏ ਦਾ ਚਿੱਟਾ ਵੇਚਣ ਵਾਲੀ ਔਰਤ ਤੋਂ ਸਿਰਫ 8 ਗ੍ਰਾਮ ਨਸ਼ੀਲਾ ਪਾਊਡਰ ਜਿਹੜਾ ਜੀ ਉਹ ਬਰਾਮਦ ਹੋਇਆ। ਇਹ ਹੈਰਾਨੀ ਵਾਲੀ ਥੋੜੀ ਗੱਲ ਹੈ। ਪੁਲਿਸ ਹੁਣ ਜਿਹੜੀ ਜੀ ਇਹ ਪਰਮਿੰਦਰ ਕੌਰ ਉਰਫ ਨਾਣਾ, ਜਿਹਨੂੰ ਚਿੱਟੇ ਵਾਲੀ ਭਾਬੀ ਜਿਹੜੀ ਜੀ ਉਹ ਕਹਿੰਦੀ, ਉਹਦਾ ਨੈਟਵਰਕ ਲੱਭਣ ਦੇ ਵਿੱਚ ਜਿਹੜਾ ਜੀ ਉਹ ਲੱਗੀ ਹੋਈ ਆ। ਉਹਦੀ ਗ੍ਰਿਫਤਾਰੀ ਹੱਤਿਆ ਦੀ ਕੋਸ਼ਿਸ਼ ਤੇ ਨਸ਼ਾ ਤਸਕਰੀ ਦੇ ਵਿੱਚ ਪਾਈ ਗਈ ਹੈ ਔਰ ਪੁਲਿਸ ਨੇ ਰੇਡ ਕਰਕੇ ਉਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਔਰ 8 ਗ੍ਰਾਮ ਉਹਦੇ ਤੋਂ ਨਸ਼ੀਲਾ ਪਾਊਡਰ ਜਿਹੜਾ ਜੀ ਉਹ ਬਰਾਮਦ ਕੀਤਾ ਗਿਆ। ਪੁਲਿਸ ਦੇ ਮੁਤਾਬਕ 10 ਮਈ ਨੂੰ ਹੱਤਿਆ ਦੀ ਕੋਸ਼ਿਸ਼ ਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਉਹਨੂੰ ਨਾਮਜ਼ਦ
ਕੀਤਾ ਗਿਆ ਸੀਗਾ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਔਰਤ ਆ 10 ਸਾਲਾਂ ਤੋਂ ਨਸ਼ੇ ਦਾ ਨੈਟਵਰਕ ਚਲਾ ਰਹੀ ਹੈ ਇਸ ਪੂਰੇ ਏਰੀਏ ਦੇ ਵਿੱਚ। ਉਹਦਾ ਭਰਾ ਜਿਹੜਾ ਜੀ ਹਰਪ੍ਰੀਤ, ਉਹ ਇਸ ਧੰਦੇ ਦੇ ਵਿੱਚ ਉਹਦਾ ਪਾਰਟਨਰ ਹੈ। ਉਹਨੇ ਅੱਗੇ ਆਪਣੇ ਜਿਹੜਾ ਜੀ ਤਿਆਰ ਕੀਤੇ ਹੋਏ ਨੇ ਪਾਂਡੀ, ਜਿਹੜੇ ਕਿ ਉਹਦੇ ਵਾਸਤੇ ਨਸ਼ਾ ਵੇਚਦੇ ਆ। ਉਹਦੇ ਭਰਾ ਨੂੰ ਕੁਝ ਦਿਨਾਂ ਪਹਿਲਾਂ ਪੁਲਿਸ ਨੇ 55 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਗ੍ਰਿਫਤਾਰ ਕੀਤਾ ਸੀਗਾ। ਇਹ ਜਿਹੜੀ ਫੜੀ ਗਈ ਔਰਤ ਆ ਜੀ, ਇਹਦੇ ਉੱਤੇ ਕੋਈ ਕਿਸੇ ਨੂੰ ਸ਼ੱਕ ਨਹੀਂ ਸੀ ਹੁੰਦਾ ਵੀ ਔਰਤ ਵੀ ਇਸ ਪੱਧਰ ਦਾ ਚਲਾ ਸਕਦੀ ਹੈ। 10 ਸਾਲ ਹੋ ਗਏ ਜੀ ਉਹਨੂੰ ਨਸ਼ਾ ਵੇਚਦਿਆਂ ਨੂੰ, ਔਰ ਪਤਾ ਹੀ ਨਹੀਂ ਕਿੰਨੇ ਕੁ ਜਿਹੜੇ ਪੁੱਤ ਨੇ ਉਹ ਨਿਗਲ ਚੁੱਕੀ ਹੋਈ ਆ ਲੋਕਾਂ ਦੇ ਇਸ ਧੰਦੇ ਦੀ ਵਜ੍ਹਾ ਕਰਕੇ। ਇਹ ਖੁਦ ਕੁਝ ਥਾਵਾਂ ਦੇ ਉੱਤੇ ਵੱਡੀ ਸਪਲਾਈ ਆਪ ਦੇਣ ਜਾਂਦੀ ਸੀ, ਬਾਕੀ ਉਹਦਾ ਭਰਾ ਜਿਹੜਾ ਜਾਂਦਾ ਸੀਗਾ। ਤੇ ਗਾਂ ਇਹਨਾਂ ਨੇ ਪਾਂਡੀ ਜਿਹੜੇ ਜੀ ਉਹ ਛੋਟੇ ਰੱਖੇ ਹੋਏ ਸੀ। ਆਪਣੇ ਰਿਸ਼ਤੇਦਾਰ ਵੀ ਇਸ ਕੰਮ ਦੇ ਵਿੱਚ ਜਿਹੜਾ ਜੀ ਉਹ ਲਾਏ ਹੋਏ ਸੀਗੇ। ਜਿਹੜੇ ਏਰੀਏ ਦੇ ਵਿੱਚ ਇਹ ਪਹਿਲਾਂ ਏਰੀਆ ਫਾਈਂਡ ਆਊਟ ਕਰਦੇ ਸੀਗੇ ਕਿ ਕਿੱਥੇ ਨਸ਼ਾ ਘੱਟ ਹੈ, ਉੱਥੇ ਫਿਰ ਕਿਰਾਏ ਦੇ ਉੱਤੇ ਜਿਹੜਾ ਜੀ ਉਹ ਕਮਰਾ ਲੈ ਲੈਂਦੇ ਸੀ। ਉੱਥੋਂ ਫਿਰ ਇਹ ਜਿਹੜਾ ਦੀ ਚਲਾਉਂਦੀ ਸੀ। ਇਸ ਤਰ੍ਹਾਂ ਇਹਦਾ ਨੈਟਵਰਕ ਜਿਹੜਾ ਦੀ ਉਹ ਲੁਧਿਆਣੇ ਤੇ ਇਸ ਦੇ ਨੇੜੇ ਤੇੜੇ ਵੱਡੇ ਗਿਣਤੀ ਦੇ ਵਿੱਚ ਪੁੜੀ ਕਰਕੇ ਜਿਹੜਾ ਦੀ ਉਹ ਵੇਚਦੇ ਸੀਗੇ। ਔਰ ਇਹ ਨੈਟਵਰਕ ਬਹੁਤ ਵੱਡਾ ਸੀਗਾ। ਕਿੱਡਾ ਕੁ ਵੱਡਾ, ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ 10 ਸਾਲ ਤੋਂ ਪੁਲਿਸ ਇਹਨੂੰ ਹੱਥ ਨਹੀਂ ਪਾ ਸਕੀ। ਜਦੋਂ ਕਿ ਲੁਧਿਆਣੇ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਪੁੱਛੋਗੇ, ਜਦੋਂ ਵੀ ਗੱਲ ਆਉਂਦੀ ਸੀਗੀ ਤਾਂ ਇਹ ਕਹਿੰਦੇ ਸੀ ਚਿੱਟੇ ਵਾਲੀ ਭਾਬੀ ਨੂੰ ਤਾਂ ਕੋਈ ਹੱਥ ਪਾਉਂਦਾ ਨਹੀਂ। ਮਤਲਬ ਕਿ ਉਹਦਾ ਐਡਾ ਦਬਦਬਾ ਜਾਂ ਮਿਲ ਕੇ ਜਿਹੜਾ ਦੀ ਉਹ ਵੇਚੀ ਸੀ, ਮਹੀਨਾ ਵਗੈਰਾ ਜਿਹੜਾ ਜਾਂਦਾ ਸੀ, ਤਾਂ ਕਰਕੇ 10 ਸਾਲ ਤੱਕ ਉਹ ਜਿਹੜਾ ਇਹਨੂੰ ਚਲਾਉਂਦੀ ਰਹੀ। ਹੁਣ ਜਿੰਨਾ ਕੁ ਉਹਦੇ ਤੋਂ ਫੜਿਆ ਗਿਆ, ਜੇ ਤਾਂ ਅੱਗੋਂ, ਕਿਉਂਕਿ ਇਹ ਤਾਂ ਕੋਈ ਪਤਾ ਕਿਹਾ ਹੀ ਨਹੀਂ ਜਾ ਸਕਦਾ ਕਿ ਉੱਥੇ ਜਿਹੜਾ ਜੀ ਉਹ ਫੜਿਆ ਨਹੀਂ ਜਾ ਸਕਣਾ। ਇਹ ਨੈਟਵਰਕ ਫੜਿਆ ਗਿਆ ਤਾਂ ਨੈਟਵਰਕ 'ਚ ਵੱਡੇ ਨਾਮ ਆਉਣਗੇ ਤੇ ਉੱਥੇ ਜਿਹੜੀ ਆ ਜੀ ਇਹ ਜਾਂਚ ਰੁਕ ਜੂਗੀ। ਜੇ ਜਾਂਚ ਰੁਕਦੀ ਆ ਤੇ 8 ਗ੍ਰਾਮ ਦੇ ਨਾਲ ਉਹ ਜ਼ਮਾਨਤ ਕਰਾ ਕੇ 5-7 ਮਹੀਨਿਆਂ ਦੇ ਵਿੱਚ ਜਿਹੜਾ ਜੀ ਉਹ ਬਾਹਰ ਆ ਜੂ। ਬੜਾ ਕੁਝ ਹੋਊਗਾ ਜੀ, ਜਾਣ ਬੁੱਝ ਕੇ 8 ਗ੍ਰਾਮ ਪਾਈ ਗਈ ਹੋਣੀ ਆ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਇੱਕ ਬੰਦੇ ਨੂੰ ਪੁਲਿਸ ਨੇ ਫੜਿਆ ਸੀ ਤਾਂ ਉਸਨੂੰ ਗੈਂਗਸਟਰ ਕਹਿੰਦੇ ਸੀ, ਉਹਨੇ ਇੱਕ ਪੁਲਿਸ ਵਾਲਾ ਵੀ ਮਾਰਿਆ ਸੀ। ਉਹ ਕੀ ਮਾਜਰਾ ਹੈ? ਐਕਚੁਅਲੀ ਜੀ ਕੱਲ ਇੱਥੇ ਜਦੋਂ ਪਹਿਲਾਂ ਸਵੇਰ ਵੇਲੇ ਖਬਰਾਂ ਜਿਹੜੀਆਂ ਜੀ ਆਉਣੀਆਂ ਸ਼ੁਰੂ ਹੋਈਆਂ ਕਿ ਮੋਗੇ ਦੇ ਨੇੜੇ ਖੋਸਾ ਪਾਂਡੋ ਆ, ਉੱਥੇ ਇੱਕ ਗੈਂਗਸਟਰ ਨੂੰ ਘੇਰਾ ਪੈ ਗਿਆ। ਔਰ ਗੈਂਗਸਟਰ ਦੇ ਕੋਲੇ ਇੱਥੋਂ ਤੱਕ ਵੀ ਆ ਗਿਆ ਕਿ ਭਾਰੀ ਮਾਤਰਾ ਦੇ ਵਿੱਚ ਉਹਦੇ ਕੋਲੇ ਹਥਿਆਰ ਨੇ। ਉਹਦੇ ਕੋਲੇ ਜਿਹੜੇ ਇਹਨਾਂ ਹਥਿਆਰਾਂ ਦੇ ਨਾਲ ਉਹ ਪੁਲਿਸ ਦੇ ਉੱਤੇ ਲਗਾਤਾਰ ਫਾਇਰਿੰਗ ਜਿਹੜੀ ਆ ਉਹ ਕਰ ਰਿਹਾ। ਤੇ ਪੁਲਿਸ ਗੈਂਗਸਟਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਕੁਛ ਨੇ ਇਹ ਵੀ ਖਬਰ ਚਲਾਤੀ ਕਿ ਨਾਮਵਰ ਗੈਂਗਸਟਰ ਜਿਹੜਾ ਜੀ ਉਹਦੇ ਨਾਲ ਮੁਕਾਬਲਾ ਪੁਲਿਸ ਦਾ ਹੋ ਰਿਹਾ। ਜਦੋਂ ਕਹਾਣੀ ਸ਼ਾਮ ਤੱਕ ਜਿਹੜੀ ਵੀ ਉਹ ਨਿਕਲੀ ਤਾਂ ਉਹ ਕਹਾਣੀ ਹੋਰ ਹੀ ਨਿਕਲੀ। ਕਹਾਣੀ ਇਹ ਸੀਗੀ ਕਿ ਜਿਹੜਾ ਇੱਕ ਵਿਅਕਤੀ ਬਲਦੇਵ ਸਿੰਘ ਆ ਖੋਸਾ ਪਾਂਡੋ ਦਾ, ਉਹਨੇ ਇਹ ਸ਼ਿਕਾਇਤ ਕੀਤੀ ਕਿ ਉਹਦਾ ਜਿਹੜਾ ਭਤੀਜਾ ਗੁਰਵਿੰਦਰ ਸਿੰਘ, ਉਹਦੇ ਨਾਲ ਉਹਦੀ ਤੂੰ ਮੈਂ ਹੋ ਗਈ ਆ, ਜਿਹੜਾ ਦਿਮਾਗੀ ਤੌਰ ਦੇ ਉੱਤੇ ਸਹੀ ਨੀਗਾ। ਕੁਛ ਉਹਨੂੰ ਦਿਮਾਗੀ ਤੌਰ ਦੇ ਉੱਤੇ ਮੁਸ਼ਕਲਾਂ ਨੇ। ਤੇ ਉਹਨੇ ਆਪਣੇ ਤਾਏ ਦੇ ਨਾਲ ਲੜ ਕੇ ਉਹਦੇ ਤਾਏ ਦੇ ਤੂੜੀ ਵਾਲੇ ਕੋਠੇ ਨੂੰ ਅੱਗ ਲਾਤੀ। ਇਹ ਵੀ ਵੈਸੇ ਉਹੀ ਕੁਛ ਆ ਜੀ ਜਿਹੜਾ ਦਿਮਾਗੀ ਤੌਰ ਤੇ। ਉਹ ਪੁਲਿਸ ਜਿਹੜੀ ਦੀ ਉੱਥੇ ਗਈ, 2-4 ਗਏ ਹੋਣਗੇ ਜੀ ਮੁਲਾਜ਼ਮ ਨੂੰ ਸਮਝਾਉਣ ਦੇ ਵਾਸਤੇ, ਤੇ ਉਹ ਅੱਗੋਂ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਿਆ। ਜਿਹੜੀ ਇੱਕ ਰਾਈਫਲ ਸੀਗੀ ਇਹਨਾਂ ਦੀ 12 ਬੋਰ ਦੀ, ਜਿਹੜੇ ਲਾਇਸੈਂਸੀ ਨੇ, ਉਹ ਲੈ ਕੇ ਕੋਠੇ ਤੇ ਚੜ ਗਏ। ਪੁਲਿਸ ਨੇ ਅੱਗੋਂ ਫਿਰ ਫੋਰਸ ਦੇ ਨਾਲ ਗੱਲਬਾਤ ਕੀਤੀ ਵੀ ਉਹਦੇ ਕੋਲੇ ਹਥਿਆਰ ਆ ਉਹਦੇ ਕੋਲੇ, ਤੇ ਛੇਤੀ ਪੁਲਿਸ ਫੋਰਸ ਹੋਰ ਭੇਜੋ। ਜਦੋਂ ਪੁਲਿਸ ਵੱਡੀ ਗਿਣਤੀ 'ਚ ਆ ਗਈ, ਉਹਨੇ ਘੇਰਾ ਪਾ ਲਿਆ ਚੁਫੇਰੇ ਤੋਂ ਘਰ ਨੂੰ, ਤੇ ਇਹ ਘਬਰਾ ਕੇ ਉੱਤੇ ਕੋਠੇ ਦੇ ਚੜ ਗਿਆ। ਕੋਠੇ ਦੇ ਉੱਤੋਂ ਉਹਨੇ ਜਿਹੜੀ ਉਹਨੂੰ ਇਹ ਲੱਗਿਆ ਕਿ ਪੁਲਿਸ ਹੁਣ ਉਹਨੂੰ ਫੜ ਕੇ ਮਾਰੂਗੀ, ਤੇ ਉਹਨੇ ਉੱਤੋਂ ਗੋਲੀ ਚਲਾਤੀ। ਇੱਕ ਗੋਲੀ ਜਿਹੜੀ ਸੀਗੀ ਉਹ ਸਿੱਧੀ ਜਾ ਕੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਸੀਗਾ ਜੀ ਉਹਨੂੰ ਵੱਜਦੀ ਆ, ਉਹਦੀ ਥਾਂ ਦੇ ਉੱਤੇ ਹੀ ਮੌਤ ਹੋ ਗਈ। ਇੱਕ ਜਿਹੜਾ ਸੀਗਾ ਉਹ ਉੱਥੇ ਜ਼ਖਮੀ ਹੋਇਆ ਜੀ। ਇਹਨੂੰ ਲੈ ਕੇ ਪੁਲਿਸ ਜਿਹੜੀ ਉਹ ਚਲੇਗੀ, ਕਿਉਂਕਿ ਇਹ ਗੋਲੀ ਚਲਾ ਕੇ ਪਿੱਛੋਂ ਦੀ ਭੱਜ ਗਿਆ ਘਰ ਤੋਂ। ਔਰ ਜਦੋਂ ਇਹ ਜਾ ਰਿਹਾ ਸੀਗਾ 2 ਵੀਲਰ ਦੇ ਉੱਤੇ ਭਜਾਈ, ਤੇ ਗਾਂਹ ਜਾ ਕੇ ਕਿਸੇ ਚੀਜ਼ 'ਚ ਮਾਰ ਲਿਆ ਜੀ। ਉੱਥੇ ਆਪ ਜ਼ਖਮੀ ਹੋ ਗਿਆ ਬੁਰੇ ਤਰੀਕੇ ਨਾਲ। ਕਿਸੇ ਨੇ ਜ਼ਖਮੀ ਹੋਇਆ ਪਿਆ ਵੇਖ ਕੇ ਐਂਬੂਲੈਂਸ ਨੂੰ ਫੋਨ ਕਰਤਾ। ਐਂਬੂਲੈਂਸ ਜਿਹੜੀ ਹੈ ਜੀ ਉਹ ਚੁੱਕ ਕੇ ਉਹਨੂੰ ਉਸੇ ਹੀ ਹਸਪੀਟਲ 'ਚ ਲੈ ਗਈ, ਸਰਕਾਰੀ ਹਸਪੀਟਲ 'ਚ, ਜਿੱਥੇ ਪੁਲਿਸ ਵਾਲੇ ਜਿਹੜੇ ਜੀ ਉਹ ਦਾਖਲ ਸੀ। ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਵੀ ਇਹ ਤਾਂ ਬੰਦਾ ਉਹੀ ਹੈ ਜਿਹਨੇ ਗੋਲੀ ਜਿਹੜੀ ਜੀ ਉਹ ਚਲਾਈ, ਤੇ ਤਾਂ ਉਹਦੇ ਦੁਆਲੇ ਜਿਹੜਾ ਜੀ ਉਹ ਪਹਿਰਾ ਉੱਥੇ ਲਾ ਦਿੱਤਾ। ਕਹਾਣੀ ਇਹ ਪਤਾ ਲੱਗੀ ਕਿ ਦਿਮਾਗੀ ਤੌਰ ਦੇ ਉੱਤੇ ਜਿਹੜਾ ਜੀ ਉਹ ਥੋੜਾ ਠੀਕ ਨਹੀਂ ਗਾ, ਔਰ ਕੋਈ ਗੈਂਗਸਟਰ ਨਹੀਂ ਗਾ, ਕੁਛ ਨਹੀਂ ਗਾ। ਹਾਂ, ਇੰਨਾ ਜ਼ਰੂਰ ਹੈ ਕਿ ਤੱਤ ਭੜਤੀ ਜਿਹੜੀਆਂ ਖਬਰਾਂ ਸੀਗੀਆਂ ਜੀ ਉਹ ਇੱਕ ਵਾਰੀ ਜ਼ਰੂਰ ਚੱਲ ਪਈਆਂ, ਕਿਸੇ ਗੈਂਗਸਟਰ ਦੇ ਨਾਲ ਮੁਕਾਬਲਾ ਹੋ ਰਿਹਾ। ਔਰ
ਲਗਾਤਾਰ ਗੋਲੀਬਾਰੀ ਜਿਹੜੀ ਹੈ ਜੀ ਉਹ ਦੋਨਾਂ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਜਿਹਦਾ ਇੱਕ ਬੰਦਾ ਮਰ ਗਿਆ, ਇੱਕ ਜਿਹੜਾ ਜੀ ਉਹ ਜ਼ਖਮੀ ਹੋ ਗਿਆ, ਉਹਨੂੰ ਲੈ ਕੇ ਭੱਜ ਪਏ ਹਸਪੀਟਲ ਨੂੰ, ਇਹ ਛੱਡ ਕੇ ਕਿ ਗਾਂ ਜਿਹੜਾ ਜੀ ਉਹ ਗੈਂਗਸਟਰ ਦਾ ਕੀ ਕਰਨਾ, ਤੇ ਉਹਨੂੰ ਐਂਬੂਲੈਂਸ ਜਿਹੜੀ ਜੀ ਉਹ ਚੁੱਕ ਕੇ ਹਸਪੀਟਲ ਲਿਆਈ, ਜਿੱਥੇ ਮੁੜ ਕੇ ਪੁਲਿਸ ਨੇ ਉਹਦੇ ਦੁਆਲੇ ਪਹਿਰਾ ਜਿਹੜਾ ਸੀ ਉਹ ਲਾਤਾ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਹੀ ਸਮਾਪਤ। ਔਰ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।